ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਅਪਾਰ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਰੋਜ਼ ਸਤਸੰਗਤ ਦੀਆਂ ਘੜੀਆਂ ਬਖਸ਼ ਦਿੰਦੇ ਹਨ। ਕੋਟਾਨ ਕੋਟ ਸ਼ੁਕਰਾਨਾ, ਕੋਟਾਨ ਕੋਟ ਸ਼ੁਕਰਾਨਾ। ਸੰਗਤ ਜੀ, ਅੱਜ ਅਸੀਂ ਸ਼ਬਦ ਲੈ ਕੇ ਆਏ ਹਾਂ। ਭਗਤ ਕਬੀਰ ਜੀ ਦਾ ਸ਼ਬਦ ਹੈ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਟ ਕਰ ਰਹੀਐ। ਸੰਗਤ ਜੀ, ਅਸੀਂ ਰੋਜ਼ ਅਰਦਾਸ ਕਰਦੇ ਹਾਂ ਔਰ ਅਰਦਾਸ ਦੇ ਅਖੀਰ 'ਚ ਅਸੀਂ ਰੋਜ਼ ਇਹੀ ਅਰਦਾਸ ਕਰਦੇ ਹਾਂ ਕਿ ਹੇ ਮੇਰੇ ਸੱਚੇ ਪਾਤਸ਼ਾਹ, ਉਹਨਾਂ ਸਿੱਖਾਂ ਗੁਰਮੁਖਾਂ ਦੇ ਨਾਲ ਹੀ ਮੇਲ ਕਰਾਣਾ, ਉਹਨਾਂ ਸੰਤਾਂ ਦੇ ਨਾਲ ਹੀ ਮੇਲ ਕਰਾਣਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿੱਤ 'ਚ ਆਂਦਾ ਹੈ, ਉਹਨਾਂ ਦੇ ਨਾਲ ਹੀ ਸਾਡਾ ਮੇਲ ਕਰਾਣਾ। ਇਹਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਨੇ ਦੱਸਿਆ ਹੈ ਕਿ ਸੰਗਤ ਦਾ ਕਿੰਨਾ ਅਸਰ ਪੈਂਦਾ ਹੈ। ਜੇ ਅਸੀਂ ਚੰਗੇ ਬੰਦਿਆਂ ਦੀ ਸੰਗਤ ਕਰਾਂਗੇ, ਚੰਗਿਆਂ ਬੰਦਿਆਂ ਦੇ ਨਾਲ ਉੱਠਾਂਗੇ ਬੈਠਾਂਗੇ, ਜੋ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਤੇ ਸਾਨੂੰ ਉਹ ਚੰਗੀਆਂ ਗੱਲਾਂ ਸਿਖਾਏਗਾ। ਜੇ ਅਸੀਂ ਮੂਰਖਾਂ ਨਾਲ ਬੈਠਾਂਗੇ ਤੇ ਉਹ ਸਾਨੂੰ ਫਿਰ ਉਹੋ ਜਿਹੀਆਂ ਹੀ ਗੱਲਾਂ, ਵਾਹਿਗੁਰੂ ਤੋਂ ਦੂਰ ਹੋਣ ਵਾਲੀਆਂ, ਮੋਹ ਮਾਇਆ ਵਾਲੀਆਂ ਗੱਲਾਂ, ਮੂਰਖਤਾ ਦੀਆਂ ਗੱਲਾਂ। ਬਾਣੀ 'ਚ ਵੀ ਲਿਖਿਆ ਹੈ ਕਿ ਮੂਰਖੇ ਨਾਲ ਨਾ ਲੂਝੀਏ, ਕਿ ਅਗਰ ਮੂਰਖ ਕੋਈ ਗੱਲ ਕਰਦਾ ਨਾ ਤੇ ਉਹਦੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ। ਔਰ ਜਿੱਥੇ ਇਸ ਸ਼ਬਦ 'ਚ ਵੀ ਲਿਖਿਆ ਹੈ ਭਗਤ ਕਬੀਰ ਜੀ ਨੇ ਕਿ ਸੰਤ ਮਿਲੈ ਕਿਛ ਸੁਣੀਐ ਕਹੀਏ, ਕਿ ਹੇ ਮੇਰੇ ਸੱਚੇ ਪਾਤਸ਼ਾਹ, ਆਪਣੇ ਮਨ ਨੂੰ ਕਿਹਾ ਹੈ ਕਿ ਹੇ ਭਾਈ, ਜੇ ਸੰਤ ਮਿਲੇ ਤੇ ਉਹਨਾਂ ਦੀ ਸੰਗਤ ਕਰੋ, ਉਹਨਾਂ ਦੇ ਨਾਲ ਬੈਠੋ, ਉਹਨਾਂ ਨੂੰ ਸੁਣੋ, ਸੁਣੀਏ, ਉਹਨਾਂ ਨੂੰ ਸੁਣੋ ਉਹ ਕੀ ਕਹਿੰਦੇ ਨੇ ਔਰ ਉਹਨਾਂ ਨੂੰ ਪੁੱਛੋ, ਔਰ ਸੁਣੀਏ ਕਹੀਏ, ਉਹਨਾਂ ਨੂੰ ਕਹੋ, ਉਹਨਾਂ ਨੂੰ ਪੁੱਛੋ ਕਿ ਇਹ ਜੀਵਨ ਜੀਣ ਦੀ ਕਿਸ ਤਰ੍ਹਾਂ ਜਾਂਚ ਲੈਣੀ ਹੈ, ਇਹ ਜੀਵਨ ਅਸੀਂ ਕਿਸ ਤਰ੍ਹਾਂ ਸਫਲਾ ਕਰਨਾ ਹੈ। ਇਹ ਸੰਤ ਪੁਰਖਾਂ ਦੇ ਨਾਲ, ਗੁਰਮੁਖਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਸੁਣੋ, ਉਹਨਾਂ ਨੂੰ ਪੁੱਛੋ ਕਿ ਅਸੀਂ ਕਿਹੜੇ ਕਰਮ ਕਰੀਏ, ਅਸੀਂ ਆਪਣਾ ਇਹ ਜਿਹੜਾ ਸਾਨੂੰ ਮਨੁੱਖਤਾ ਦਾ ਜੀਵਨ, ਦੁਰਲਭ ਜੀਵਨ ਜਿਹੜਾ ਸਾਨੂੰ ਮਿਲਿਆ ਹੈ, ਇਹਨੂੰ ਅਸੀਂ ਸਫਲਾ ਕਿਸ ਤਰ੍ਹਾਂ ਕਰੀਏ। ਅਗਲੀ ਪੰਕਤੀ 'ਚ ਲਿਖਿਆ ਹੈ, ਮਿਲੇ ਅਸੰਤ ਮਸਟ ਕਰ ਰਹੀਏ। ਜੇ ਕੋਈ ਅਸੰਤ ਮਿਲ ਜਾਂਦਾ ਹੈ ਨਾ, ਜਿਹੜੀਆਂ ਵਾਹਿਗੁਰੂ ਦੀਆਂ ਗੱਲਾਂ ਨਹੀਂ ਕਰਦਾ, ਜਿਹੜੀਆਂ ਪਰਉਪਕਾਰ ਦੀਆਂ ਗੱਲਾਂ ਨਹੀਂ ਕਰਦਾ, ਉਹਨਾਂ ਕੋਲੋਂ ਤੁਸੀਂ ਪਾਸੇ ਹੋ ਜਾਓ। ਮਿਲੇ ਅਸੰਤ ਮਸਟ ਕਰ ਰਹੀਏ, ਉਹਨਾਂ ਤੋਂ ਤੁਸੀਂ ਮਸਤ ਹੋ ਜਾਓ, ਉਹਨਾਂ ਤੋਂ ਤੁਸੀਂ ਆਪਣੇ ਆਪ ਨੂੰ ਪਾਸੇ ਕਰ ਲਓ, ਮਸਤ ਹੋ ਕੇ ਉਹਨਾਂ ਦੇ ਲਾਗੋਂ ਚਲੇ ਜਾਓ। ਅੱਗੇ ਲਿਖਿਆ ਹੈ, ਬਾਬਾ ਬੋਲਣਾ ਕਿਆ ਕਹੀਏ। ਹੁਣ ਅਸੀਂ ਜਦੋਂ ਸੰਤਾਂ ਦੇ ਕੋਲ ਬੈਠਦੇ ਹਾਂ ਤੇ ਅਸੀਂ ਉਹਨਾਂ ਨੂੰ ਕੀ ਕਹਿਣਾ ਹੈ? ਉਹਨਾਂ ਨੂੰ ਪੁੱਛਣਾ ਹੈ ਕਿ ਸੰਤੋ ਦੱਸੋ, ਅਸੀਂ ਕਿਹੜੇ ਚੰਗੇ ਕਰਮ ਕਰੀਏ, ਅਸੀਂ ਕਿਸ ਤਰ੍ਹਾਂ ਆਪਣਾ ਜੀਵਨ ਸਫਲਾ ਕਰੀਏ। ਬਾਬਾ ਬੋਲਣਾ ਕਿਆ ਕਹੀਏ, ਉਹਨਾਂ ਨੂੰ ਬੋਲੋ ਕਿ ਅਸੀਂ ਕਿਸ ਤਰ੍ਹਾਂ ਦੇ ਬੋਲ ਬੋਲੀਏ, ਅਸੀਂ ਕਿਸ ਤਰ੍ਹਾਂ ਦੇ ਕਰਮ ਕਰੀਏ ਕਿ ਸਾਡਾ ਇੱਥੇ ਆਣਾ ਸਫਲਾ ਹੋ ਜਾਏ। ਤੇ ਫਿਰ ਅੱਗੇ ਪੰਕਤੀ 'ਚ ਜਵਾਬ ਵੀ ਦਿੱਤਾ ਹੈ, ਜੈਸੇ ਰਾਮ ਨਾਮ ਰਵ ਰਹੀਏ। ਜੈਸੇ ਰਾਮ ਨਾਮ ਰਵ ਰਹੀਏ, ਕਿ ਕਿਸ ਤਰ੍ਹਾਂ ਜੀਣਾ ਹੈ? ਰਾਮ ਦਾ ਨਾਮ, ਪਰਮਾਤਮਾ ਦਾ ਨਾਮ ਲੈ ਕੇ, ਪਰਮਾਤਮਾ ਨੂੰ ਸਿਮਰ ਕੇ। ਇਹਦਾ ਉੱਤਰ ਵੀ ਨਾਲ ਦਿੱਤਾ ਹੈ ਕਿ ਪੁੱਛਿਆ ਹੈ ਸੰਤਾਂ ਨੂੰ ਕਿ ਅਸੀਂ
ਕੀ ਬੋਲੀਏ, ਕਿਸ ਤਰ੍ਹਾਂ ਦੇ ਕਰਮ ਕਰੀਏ, ਪਰਮਾਤਮਾ ਦਾ ਨਾਮ ਜਪੋ, ਅਗਲੀ ਪੰਕਤੀ 'ਚ ਲਿਖਿਆ ਹੈ। ਔਰ ਫਿਰ ਅੱਗੇ ਅਗਲੀ ਪੰਕਤੀਆਂ 'ਚ ਹੈ ਕਿ ਇਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਸੰਤਾਂ ਦੇ ਨਾਲ ਬੈਠਣ ਦੇ ਨਾਲ ਕੀ ਲਾਭ ਸਾਨੂੰ ਮਿਲੇਗਾ। ਸੰਤਨ ਸਿਓ ਬੋਲੇ ਉਪਕਾਰੀ, ਸੰਤਾਂ ਦੇ ਨਾਲ ਬੈਠਣ ਦਾ ਕੀ ਫਾਇਦਾ ਹੈ ਕਿ ਸੰਤਾਂ ਦੇ ਨਾਲ ਜਦੋਂ ਅਸੀਂ ਬੈਠਦੇ ਹਾਂ ਉਹ ਸਾਨੂੰ ਪਰਉਪਕਾਰ ਦੀਆਂ ਗੱਲਾਂ ਸੁਣਾਉਂਦੇ ਨੇ, ਉਹ ਸਾਨੂੰ ਭਲੇ ਕਰਮ ਕਰਨ ਦੀਆਂ ਉਹ ਸਾਨੂੰ ਜੁਗਤੀਆਂ ਦੱਸਦੇ ਨੇ ਕਿ ਤੁਸੀਂ ਇਹ ਕੰਮ ਕਰੋ, ਇਹਦੇ ਨਾਲ ਤੁਹਾਡਾ ਜੀਵਨ ਸਫਲਾ ਹੋਏਗਾ, ਤੁਸੀਂ ਇਸ ਤਰ੍ਹਾਂ ਕੰਮ ਕਰੋ, ਤੁਸੀਂ ਵਾਹਿਗੁਰੂ ਦੇ ਨੇੜੇ ਜਾਵੋਗੇ, ਤੁਸੀਂ ਇਸ ਤਰ੍ਹਾਂ ਸੇਵਾ ਕਰੋ, ਇਸ ਤਰ੍ਹਾਂ ਸੇਵਾ ਦੇ ਕਰਨ ਦੇ ਨਾਲ ਪਰਮਾਤਮਾ ਤੁਹਾਡੇ ਨਾਲ ਖੁਸ਼ ਹੋਏਗਾ। ਇਹ ਸਾਰੀਆਂ ਜੁਗਤੀਆਂ ਸਾਨੂੰ ਸੰਤ ਮਹਾਪੁਰਸ਼ ਦੱਸਦੇ ਨੇ। ਸੰਤਨ ਸਿਓ ਬੋਲੇ ਉਪਕਾਰੀ, ਸੰਤਾਂ ਦੇ ਨਾਲ ਬੈਠ ਕੇ ਉਹਨਾਂ ਦੇ ਉਪਦੇਸ਼ ਸੁਣੋ, ਪਰਉਪਕਾਰ ਕਿਸ ਤਰ੍ਹਾਂ ਕਰੀਦਾ ਇਹ ਸੁਣੋ। ਮੂਰਖ ਸਿਓ ਬੋਲੇ ਚਖਮਾਰੀ, ਜੇ ਤੁਸੀਂ ਮੂਰਖ ਦੇ ਨਾਲ ਬੈਠ ਜਾਓਗੇ ਨਾ ਤੇ ਮੂਰਖਾਂ ਨੇ ਤੇ ਝਾਕ ਹੀ ਮਾਰਨੀ ਆ। ਹੁਣ ਸੰਗਤ ਜੀ ਕਈ ਲੋਕ ਹੁੰਦੇ ਨੇ ਜਦੋਂ ਪਾਠ ਵਿੱਚ ਵੀ ਆ ਜਾਣਗੇ ਨਾ ਉਹਨਾਂ ਦੀਆਂ ਆਪਣੀਆਂ ਗੱਲਾਂ ਹੀ ਨਹੀਂ ਖਤਮ ਹੁੰਦੀਆਂ। ਅਸੀਂ WhatsApp ਤੇ ਵੀ ਆਂਦਾ ਹੈ ਕਿੰਨੇ ਕਿ ਪਾਠ ਕਰ ਰਹੇ ਨੇ ਪਰ ਵਿੱਚੋਂ WhatsApp ਆਪਣੇ ਚੈੱਕ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਮਨ ਸੰਗਤ ਦੇ ਵਿੱਚ ਆ ਕੇ ਵੀ ਨਹੀਂ ਜੁੜਦਾ। ਉਹ ਸੰਗਤ ਦੇ ਵਿੱਚ ਆ ਕੇ ਵੀ ਪਰਮਾਤਮਾ ਦੇ ਨਾਲ ਉਹ ਨਹੀਂ ਜੁੜਦੇ, ਗੱਲਾਂ ਕਰਨ ਲੱਗ ਪੈਣਗੇ, ਹੱਸਣ ਲੱਗ ਪੈਣਗੇ, ਉਹ ਆਪ ਤੇ ਜੁੜਦੇ ਹੀ ਨਹੀਂ ਪਰ ਜਿਹੜੀ ਬਾਕੀ ਸੰਗਤ ਹੁੰਦੀ ਹੈ ਨਾ ਉਹਨਾਂ ਨੂੰ ਵੀ ਡਿਸਟਰੈਕਟ ਕਰਦੇ ਨੇ। ਤੇ ਇਸ ਲਈ ਜਿਹੜੇ ਮੂਰਖ ਹੁੰਦੇ ਨੇ ਨਾ, ਮੂਰਖ ਸਿਓ ਬੋਲੇ ਚਖਮਾਰੀ, ਜੇ ਮੂਰਖ ਦੇ ਨਾਲ ਤੁਸੀਂ ਬੈਠੋਗੇ ਨਾ ਤੇ ਮੂਰਖਾਂ ਨੇ ਨਾ ਫਾਲਤੂ ਦੀਆਂ ਫਜ਼ੂਲ ਗੱਲਾਂ ਹੀ ਕਰਨੀਆਂ, ਝੱਖ ਮਾਰਨ ਵਾਲੀਆਂ ਹੀ ਗੱਲਾਂ ਕਰਨੀਆਂ। ਇਸ ਲਈ ਮੂਰਖਾਂ ਦੀ ਸੰਗਤ ਤੋਂ ਪਰਹੇਜ਼ ਕਰੋ। ਬੋਲਤ ਵੱਡੇ ਵਿਕਾਰਾ, ਜੇ ਤੁਸੀਂ ਮੂਰਖ ਦੀ ਸੰਗਤ ਕਰਦੇ ਹੋ ਤੇ ਫਿਰ ਕੀ ਹੁੰਦਾ ਹੈ, ਮੂਰਖਾਂ ਦੇ ਨਾਲ ਗੱਲਾਂ ਕਰ ਕਰਕੇ ਕੀ ਹੁੰਦਾ ਹੈ, ਵੱਡੇ ਵਿਕਾਰਾ, ਤਾਂ ਵਿਕਾਰ ਸਾਡੇ ਅੰਦਰ ਵੱਧ ਜਾਂਦੇ ਨੇ ਜੇ ਅਸੀਂ ਮੂਰਖਾਂ ਦੇ ਨਾਲ ਬੈਠਾਂਗੇ, ਕਿਉਂਕਿ ਉਹਨਾਂ ਨੇ ਕੋਈ ਚੰਗੀ ਗੱਲ ਤੇ ਕਰਨੀ ਨਹੀਂ, ਕੋਈ ਅਕਲ ਵਾਲੀ ਗੱਲ ਤੇ ਕਰਨੀ ਨਹੀਂ, ਕੋਈ ਪਰਮਾਤਮਾ ਦੀ ਗੱਲ ਤੇ ਕਰਨੀ ਨਹੀਂ, ਤੇ ਉਹਨੇ ਕੀ ਗੱਲਾਂ ਕਰਨੀਆਂ। ਫਿਰ ਜੋ ਅਸੀਂ ਗੱਲਾਂ ਸੁਣਾਂਗੇ, ਅਸੀਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਆ ਨਾ ਕਿ ਚੰਗੇ ਬੱਚਿਆਂ ਦੇ ਨਾਲ, ਪੜ੍ਹਨ ਵਾਲੇ ਬੱਚਿਆਂ ਦੇ ਨਾਲ ਘੁੰਮਿਆ ਕਰੋ, ਆਪਣੇ ਤੋਂ ਸਿਆਣਿਆਂ ਬੱਚਿਆਂ ਦੇ ਨਾਲ ਉਹਨਾਂ ਦੀ ਤੁਸੀਂ ਸੰਗਤ ਕਰਿਆ ਕਰੋ। ਕਿਉਂਕਿ ਸੰਗਤ ਦਾ ਬਹੁਤ ਅਸਰ ਹੁੰਦਾ ਹੈ। ਤੇ ਇਸੇ ਲਈ ਕਹਿੰਦੇ ਜੇ ਮੂਰਖ ਦੀ ਸੰਗਤ ਕਰੋਗੇ ਤੇ ਬੋਲਤ ਵੱਡੇ ਵਿਕਾਰਾ, ਸਾਡੇ 'ਚ ਵਿਕਾਰ ਵੱਧਦੇ ਜਾਣਗੇ। ਬਿਨ ਬੋਲੇ ਕਿਆ ਕਰੇ ਵਿਚਾਰਾ, ਹੁਣ ਸਾਨੂੰ ਕਿੱਦਾਂ ਪਤਾ ਚੱਲੇਗਾ, ਹੁਣ ਅਸੀਂ ਦੁਨੀਆ 'ਚ ਤੇ ਆਏ ਆ, ਅਸੀਂ ਹੁਣ ਚੁੱਪ ਵੀ ਤੇ ਬੈਠ ਨਹੀਂ ਸਕਦੇ। ਤੇ ਫਿਰ ਇਹਦੇ 'ਚ ਹੈਗਾ ਕਿ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਕਿਹਦੇ ਨਾਲ ਬੈਠਣਾ ਚਾਹੀਦਾ, ਕਿਹਦੇ ਨਾਲ ਨਹੀਂ ਬੈਠਣਾ ਚਾਹੀਦਾ, ਕੌਣ ਮੂਰਖ ਹੈ ਤੇ ਕੌਣ ਸਿਆਣਾ ਹੈ, ਕੌਣ ਗੁਰਮੁਖ ਹੈ, ਇਹ ਸਾਨੂੰ ਕਿੱਦਾਂ ਪਤਾ ਚੱਲੇਗਾ ਜਦੋਂ ਤੱਕ ਅਸੀਂ ਉਹਨਾਂ ਦੇ ਨਾਲ ਬੈਠਾਂਗੇ ਨਹੀਂ, ਉਹਨਾਂ ਦੇ ਨਾਲ ਗੱਲਾਂ ਨਹੀਂ ਕਰਾਂਗੇ। ਤੇ ਫਿਰ ਇਹਦੇ 'ਚ ਇਹਦੇ ਅਗਲੀ ਜਿਹੜਾ ਪੰਕਤੀਆਂ ਨੇ ਨਾ ਉਹਦੇ 'ਚ ਕਬੀਰ ਜੀ ਨੇ ਦੱਸਿਆ ਹੈ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਕਹਿੰਦੇ ਨੇ ਜਿਹੜਾ ਘੜਾ ਹੁੰਦਾ ਨਾ, ਘੜੇ 'ਚ ਪਾਣੀ ਥੋੜਾ ਹੋਏ ਨਾ ਆਵਾਜ਼ ਜ਼ਿਆਦਾ ਕਰਦਾ, ਔਰ ਘੜਾ ਜਦੋਂ ਭਰਿਆ ਹੁੰਦਾ ਹੈ ਨਾ ਤੇ ਘੜੇ ਨੂੰ ਖਟਕਾਓ ਤੇ ਘੜੇ 'ਚੋਂ ਉਹਦੀ ਆਵਾਜ਼ ਨਹੀਂ ਆਉਂਦੀ, ਭਰੇ ਹੋਏ ਘੜੇ 'ਚੋਂ ਆਵਾਜ਼ ਨਹੀਂ ਆਉਂਦੀ। ਤੇ ਇਸੇ ਲਈ ਜੋ ਸਿਆਣਾ ਬੰਦਾ ਹੋਏਗਾ, ਜੋ ਗੁਰਮੁਖ ਬੰਦਾ ਹੋਏਗਾ, ਜੋ ਮਹਾਂਪੁਰਖ ਬੰਦਾ ਹੋਏਗਾ, ਉਹ ਬਹੁਤ ਹੀ ਘੱਟ ਬੋਲੇਗਾ। ਸੰਗਤ ਜੀ ਅਸੀਂ ਵੀ ਦੇਖਦੇ ਹਾਂ ਜੋ ਸੰਤ ਮਹਾਂਪੁਰਸ਼ ਹੁੰਦੇ ਨੇ ਨਾ, ਉਹ ਬਹੁਤ ਘੱਟ ਬਚਨ ਕਰਦੇ ਨੇ, ਉਹ ਐਵੇਂ ਬਚਨ ਨਹੀਂ ਕਰਦੇ। ਤੇ ਜਿਹੜਾ ਕਹਿੰਦੇ ਨੇ ਜਿਹੜਾ ਭਰਿਆ ਹੁੰਦਾ ਹੈ ਨਾ, ਜਿਹੜਾ ਜਿਹਦੇ ਅੰਦਰ ਪਰਮਾਤਮਾ ਅੰਦਰ ਵਸਿਆ ਹੋਇਆ, ਪਰਮਾਤਮਾ ਦੇ ਨਾਲ ਉਹ ਭਰਿਆ ਹੋਇਆ ਹੈ, ਸਰੀਰ ਭਰਿਆ ਹੋਇਆ ਹੈ, ਹਿਰਦੇ ਭਰਿਆ ਹੋਇਆ ਹੈ, ਉਹ ਬਹੁਤ ਘੱਟ ਬੋਲਦਾ ਹੈ। ਔਰ ਜਿਹੜਾ ਮੂਰਖ ਹੁੰਦਾ ਹੈ ਨਾ, ਉਹ ਫਜ਼ੂਲ ਉਹਨੇ ਬੋਲੀ ਜਾਣਾ, ਚਾਹੇ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਪੁੱਛਿਆ, ਚਾਹੇ ਉਹਦੇ ਮਤਲਬ ਦੀ ਗੱਲ ਹੈ ਚਾਹੇ ਨਹੀਂ ਗੱਲ ਹੈ, ਉਹਨੇ
ਬੋਲਦੇ ਹੀ ਜਾਣਾ ਹੈ, ਬੋਲਦੇ ਜਾਣਾ ਹੈ। ਭਾਵ ਸ਼ਬਦ ਦਾ ਭਾਵ ਹੈ ਕਿ ਸੰਗਤ ਮਨੁੱਖ ਨੂੰ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਚੰਗੇ ਬੰਦਿਆਂ ਦੀ ਸੰਗਤ ਕਰਾਂਗੇ, ਸਾਡੇ 'ਚ ਭਲੇ ਗੁਣ ਆਣਗੇ। ਜੇ ਅਸੀਂ ਮੂਰਖ ਬੰਦਿਆਂ ਦੀ ਸੰਗਤ ਕਰਾਂਗੇ ਤੇ ਸਾਡੇ ਅੰਦਰ ਦੇ ਵਿਕਾਰ ਵਧਣਗੇ। ਤੇ ਸੰਗਤ ਦੀ ਜੋ ਅਸੀਂ ਅੱਜ ਹੁਣ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜੋ ਅਸੀਂ ਸਾਖੀ ਹੁਣ ਅੱਗੇ ਕਰਨ ਲੱਗੇ ਹਾਂ, ਜੋ ਅਸੀਂ ਕੰਟੀਨਿਊ ਕਰਨ ਲੱਗੇ ਹਾਂ। ਪਿਛਲੇ ਸ਼ਨੀਵਾਰ ਅਸੀਂ ਸਾਖੀ ਕੀਤੀ ਸੀ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ, ਜਦੋਂ ਉਹਨਾਂ ਨੇ ਮੋਦੀ ਦੀ ਕਾਰ ਆਰੰਭਤਾ ਕੀਤੀ। ਮੋਦੀ ਖਾਨੇ 'ਚ ਉਹ ਮੋਦੀ ਬਣ ਕੇ ਬੈਠ ਗਏ ਔਰ ਉਹਨਾਂ ਨੇ ਕਾਰ ਆਰੰਭਤਾ ਕਰ ਦਿੱਤੀ ਔਰ ਬੜੀਆਂ ਖੁੱਲੇ ਦਾਨ ਦੇ ਰਹੇ ਨੇ। ਔਰ ਉੱਥੇ ਤਲਵੰਡੀ 'ਚ ਪਿਤਾ ਜੀ ਕੋ ਜਦੋਂ ਖਬਰ ਪਹੁੰਚਦੀ ਹੈ ਤੇ ਪਿਤਾ ਜੀ ਚਿੰਤਿਤ ਹੋ ਜਾਂਦੇ ਨੇ ਕਿ ਬਈ ਇਹ ਤੇ ਹੁਣ ਮਾਇਆ ਤੇ ਸੰਭਾਲ ਹੀ ਨਹੀਂ ਰਹੇ, ਇਹ ਤੇ ਦਾਨ ਖੁੱਲਾ ਵੰਡੀ ਜਾ ਰਹੇ ਨੇ। ਤੇ ਤਲਵੰਡੀ 'ਚ ਬੈਠ ਕੇ ਸੋਚਦੇ ਨੇ ਕਿ ਮੈਂ ਆਪ ਜਾਣਾ ਹੈ ਤੇ ਮੈਂ ਜਾ ਕੇ ਨਾਨਕ ਜੀ ਨੂੰ, ਪੁੱਤਰ ਨੂੰ ਸਮਝਾਣਾ ਹੈ ਕਿ ਮਾਇਆ ਸਾਂਭਣੀ ਚਾਹੀਦੀ ਹੈ। ਤੇ ਉੱਥੋਂ ਦੀ ਉਹ ਆ ਜਾਂਦੇ ਨੇ ਸੁਲਤਾਨਪੁਰ ਆ ਕੇ ਜਦੋਂ ਹੱਟੀ ਤੇ ਆ ਕੇ ਗੱਡਾ ਰੋਕਦੇ ਨੇ, ਉੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਜਦੋਂ ਉਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਪੁੱਤਰ ਜੀ ਮਾਇਆ ਸਾਂਭਿਆ ਕਰੋ, ਕੱਲ ਨੂੰ ਤੁਹਾਡੇ ਪਰਿਵਾਰ ਬਣਨਾ ਹੈ, ਤੁਹਾਡਾ ਵਿਆਹ ਹੋਣਾ ਹੈ ਤੇ ਮੈਂ ਤੇ ਤੁਹਾਨੂੰ ਇੱਕ ਪੈਸਾ ਨਹੀਂ ਦੇਣਾ, ਤੇ ਤੁਸੀਂ ਮਾਇਆ ਆਪਣੀ ਸਾਂਭੋ। ਤੇ ਪਾਤਸ਼ਾਹ ਕਹਿੰਦੇ ਨੇ ਉਦੋਂ ਕਿ ਪਿਤਾ ਜੀ ਪਤਾ ਨਹੀਂ, ਮਾਇਆ ਆਂਦੀ ਵੀ ਬੜੀ ਹੈ ਪਰ ਪਤਾ ਹੀ ਨਹੀਂ ਚੱਲਦਾ, ਇਧਰੋਂ ਮਾਇਆ ਆਂਦੀ ਹੈ ਤੇ ਇਧਰੋਂ ਚਲੀ ਜਾਂਦੀ ਹੈ। ਕਿਉਂਕਿ ਪਾਤਸ਼ਾਹ ਤੇ ਮੋਦੀ ਦੀ ਕਾਰ ਹੀ ਉਹਨਾਂ ਨੇ ਇਸੇ ਲਈ ਕਰਨੀ ਸੰਗਤ ਜੀ ਸ਼ੁਰੂ ਕੀਤੀ ਸੀ ਕਿਉਂਕਿ ਉਹਨਾਂ ਨੇ ਭੁੱਖਿਆਂ ਨੂੰ ਰਜਾਣਾ ਸੀ, ਨੰਗਿਆਂ ਨੂੰ ਉਹਨਾਂ ਨੇ ਬਸਤਰ ਪਹਿਨਾਣੇ ਸੀ, ਉਹਨਾਂ ਨੇ ਖੁੱਲਾ ਦਾਨ, ਉਹਨਾਂ ਨੇ ਕਾਰ ਸੇਵਾ ਇਸੇ ਲਈ ਮੋਦੀ ਦੀ ਕਾਰ ਉਹਨਾਂ ਨੇ ਇਸੇ ਲਈ ਆਰੰਭਤਾ ਕੀਤੀ। ਬਾਲਾ ਜੀ ਨੂੰ ਉਹਨਾਂ ਨੇ ਦੱਸਿਆ ਸੀ ਕਿ ਬਾਲਿਆ ਇਹ ਅਸੀਂ ਪਰਮਾਨੈਂਟ ਅਸੀਂ ਇੱਥੇ ਕੰਮ ਨਹੀਂ ਕਰਨਾ, ਦੌਲਤ ਖਾਂ ਦੀ ਹੱਟੀ ਤੇ ਅਸੀਂ ਇਹ ਸਾਡਾ ਪੱਕਾ ਕੰਮ ਨਹੀਂ ਹੈ, ਇਹ ਤੇ ਸਾਨੂੰ ਕਰਤਾਰ ਨੇ ਜੋ ਸਾਨੂੰ ਸੇਵਾ ਬਖਸ਼ੀ ਹੈ, ਅਸੀਂ ਤੇ ਉਹੀ ਸੇਵਾ ਕਰਕੇ ਫਿਰ ਅੱਗੇ ਜੋ ਕਰਤਾਰ ਨੇ ਸੇਵਾ ਸਾਨੂੰ ਦੇਣੀ ਹੈ, ਜਿੱਥੇ ਲੈ ਕੇ ਜਾਣਗੇ ਅਸੀਂ ਚੱਲ ਜਾਾਂਗੇ। ਤੇ ਇਹ ਪਾਤਸ਼ਾਹ ਭੁੱਖਿਆਂ ਨੂੰ ਰਜਾਉਣ ਵਾਸਤੇ, ਨੰਗਿਆਂ ਨੂੰ ਬਸਤਰ ਪਹਿਨਾਉਣ ਵਾਸਤੇ ਇਹ ਪਾਤਸ਼ਾਹ ਇਹ ਕਾਰ ਕਰ ਰਹੇ ਨੇ। ਹੁਣ ਪਿਤਾ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਮਝਾ ਕੇ ਕਹਿੰਦੇ ਨੇ ਕਿ ਤੁਸੀਂ ਹੁਣ ਹੱਟੀ ਤੇ ਬੈਠੋ ਤੇ ਮੈਂ ਘਰ ਜਾ ਕੇ ਤੁਹਾਡੀ ਭੈਣ ਨੂੰ ਮਿਲ ਕੇ ਆਣਾ ਹੈ। ਤੇ ਸੰਗਤ ਜੀ ਪਿਤਾ ਜੀ ਘਰ ਪਹੁੰਚਦੇ ਨੇ। ਬੇਬੇ ਨਾਨਕੀ ਜੀ ਵਾਸਤੇ ਜੋ ਮਾਤਾ ਜੀ ਨੇ ਕੱਪੜੇ, ਭਾਂਡੇ, ਬਰਤਨ, ਮਠਾਈਆਂ, ਹੁਣ ਸੰਗਤ ਜੀ ਧੀ ਦੇ ਘਰ ਗਏ ਨੇ ਤੇ ਖਾਲੀ ਹੱਥ ਤੇ ਜਾਣਗੇ ਨਹੀਂ। ਤੇ ਜੋ ਮਾਤਾ ਜੀ ਨੇ ਕੱਪੜੇ, ਭਾਂਡੇ, ਟੀਂਡੇ, ਮਠਾਈਆਂ, ਗਹਿਣੇ ਗੱਟੇ ਜੋ ਧੀ ਵਾਸਤੇ ਭੇਜੇ ਨੇ, ਪਿਤਾ ਜੀ ਜਾ ਕੇ ਬੇਬੇ ਨਾਨਕੀ ਜੀ ਨੂੰ ਦਿੰਦੇ ਨੇ। ਬੇਬੇ ਨਾਨਕੀ ਜੀ ਬੜੇ ਖੁਸ਼ ਹੁੰਦੇ ਨੇ ਪਿਤਾ ਜੀ ਨੂੰ ਵੇਖ ਕੇ। ਜੈ ਰਾਮ ਜੀ ਵੀ ਕੰਮ ਤੋਂ ਜਲਦੀ ਆ ਜਾਂਦੇ ਨੇ ਕਿ ਉਹਨਾਂ ਦੇ ਸਹੁਰਾ ਸਾਹਿਬ ਆਏ ਨੇ, ਉਹ ਵੀ ਕੰਮ ਤੋਂ ਛੁੱਟੀ ਲੈ ਕੇ ਜਲਦੀ ਆ ਜਾਂਦੇ ਨੇ ਘਰ। ਜਦੋਂ ਘਰ ਆ ਕੇ ਦੇਖਦੇ ਨੇ ਕਿ ਪਿਤਾ ਜੀ ਬੇਬੇ ਨਾਨਕੀ ਜੀ ਦੇ ਨਾਲ ਦੋਨੋਂ ਬੈਠੇ ਹੋਏ ਨੇ ਤੇ ਜੈ ਰਾਮ ਜੀ ਵੀ ਆ ਕੇ ਬੈਠ ਜਾਂਦੇ ਨੇ। ਪਿਤਾ ਜੀ ਨੂੰ ਸਤਿਕਾਰ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ, ਆ ਕੇ ਬੈਠਦੇ ਨੇ। ਪਿਤਾ ਜੀ ਵੀ ਸੁਖ ਸਾਂਦ ਪੁੱਛਦੇ ਨੇ। ਸੁਖ ਸਾਂਦ ਪੁੱਛ ਕੇ ਤਿੰਨੋਂ ਜਦੋਂ ਬੈਠੇ ਹੁੰਦੇ ਨੇ ਤੇ ਫਿਰ ਪਿਤਾ ਜੀ ਆਪਣੀ ਗੱਲ ਸ਼ੁਰੂ ਕਰਦੇ ਨੇ ਜਿਸ ਕੰਮ ਵਾਸਤੇ ਉਹ ਆਏ ਹੁੰਦੇ ਨੇ। ਤੇ ਸੰਗਤ ਜੀ ਕਿਹੜੀ ਗੱਲ ਪਿਤਾ ਜੀ ਆਰੰਭ ਕਰਦੇ ਨੇ? ਉਹੀ ਮਾਇਆ ਵਾਲੀ। ਸੰਗਤ ਜੀ ਇਹ ਗੱਲਾਂ ਸੁਣ ਕੇ ਅਸੀਂ ਜੋ ਪਿਤਾ ਜੀ ਦੀਆਂ ਗੱਲਾਂ ਸੁਣ ਕੇ ਅਸੀਂ ਆਪਣੇ ਮਨ 'ਚ ਕੋਈ ਪਿਤਾ ਜੀ ਵਾਸਤੇ ਅਸ਼ਰਧਾ ਨਹੀਂ ਲਿਆਣੀ ਹੈ। ਕਿਉਂ? ਕਿਉਂਕਿ ਉਹ ਸਾਡੇ ਸਤਿਗੁਰੂ ਦੇ ਧੰਨ ਧੰਨ ਪਿਤਾ ਜੀ ਨੇ।
ਜਿੰਨਾ ਧੰਨ ਧੰਨ ਅਸੀਂ ਸਤਿਕਾਰ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਾਸਤੇ ਆਪਣੇ ਮਨ 'ਚ ਸ਼ਰਧਾ ਰੱਖਦੇ ਹਾਂ, ਸਤਿਕਾਰ ਕਰਦੇ ਹਾਂ, ਓਨਾ ਹੀ ਸਤਿਕਾਰ ਕਰਨਾ ਪਿਤਾ ਜੀ ਵਾਸਤੇ ਇਹ ਸਾਡਾ ਇਹ ਬਣਦਾ ਹੈ, ਕਿਉਂਕਿ ਉਹ ਸਾਡੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਿਤਾ ਜੀ ਹਨ। ਇਹ ਤੇ ਮੋਹ ਦਾ ਪਰਦਾ, ਇਹ ਤੇ ਸਤਿਗੁਰਾਂ ਦੀ ਆਪਣੀ ਖੇਡ ਹੈ। ਇਹ ਤੇ ਸਤਿਗੁਰਾਂ ਨੇ ਆਪਣੀ ਖੇਡ ਰਚਾ ਰਹੇ ਨੇ, ਜੋ ਉਹਨਾਂ ਦੇ ਮੋਹ ਦਾ ਮਾਇਆ ਦਾ ਪਰਦਾ ਪਾਇਆ ਹੋਇਆ ਹੈ। ਤੇ ਫਿਰ ਪਿਤਾ ਜੀ ਗੱਲ ਸ਼ੁਰੂ ਕਰਦੇ ਨੇ। ਜਦੋਂ ਜੈ ਰਾਮ ਜੀ ਔਰ ਬੇਬੇ ਨਾਨਕੀ ਜੀ ਬੈਠੇ ਹੁੰਦੇ ਨੇ ਤੇ ਪਿਤਾ ਜੀ ਉਹਨਾਂ ਨੂੰ ਕਹਿੰਦੇ ਨੇ ਇੰਨਾ ਚਿਰ ਹੋ ਗਿਆ ਹੈ ਨਾਨਕ ਜੀ ਤੁਹਾਡੇ ਕੋਲ ਆਏ ਹੋਏ ਨੇ, ਉਹ ਕਾਰ ਵੀ ਕਰ ਰਹੇ ਨੇ, ਮਾਇਆ ਵੀ ਬੜੀ ਕਮਾ ਰਹੇ ਨੇ, ਤੇ ਤੁਸੀਂ ਉਹਨਾਂ ਦੀ ਤੁਸੀਂ ਰਾਖੀ ਨਹੀਂ ਰੱਖੀ। ਜੋ ਉਹ ਪੁੱਠੇ ਕੰਮ ਤਲਵੰਡੀ ਕਰ ਰਹੇ ਸੀ, ਉੱਥੇ ਉਹ ਮਾਇਆ ਉਜਾੜੀ ਜਾ ਰਹੇ ਸੀ, ਉਹੀ ਕੰਮ ਆ ਕੇ ਉਹ ਇੱਥੇ ਕਰੀ ਜਾ ਰਹੇ ਨੇ। ਦਾਨ ਵੰਡੀ ਜਾ ਰਹੇ ਨੇ, ਮਾਇਆ ਵੰਡੀ ਜਾ ਰਹੇ ਨੇ। ਐਦਾਂ ਕਿੱਦਾਂ ਚੱਲੇਗਾ? ਔਰ ਤੁਹਾਨੂੰ ਤੇ ਬਿਲਕੁਲ ਵੀ ਚਿੰਤਾ ਨਹੀਂ, ਤੁਸੀਂ ਤੇ ਆਪਣੇ ਚੇਤੇ ਚੋਂ ਮੇਰੇ ਪੁੱਤਰ ਦਾ ਤੇ ਤੁਸੀਂ ਤੇ ਆਪਣੇ ਸੁਰਤ ਤੋਂ ਮੇਰੇ ਪੁੱਤਰ ਦਾ ਚੇਤਾ ਹੀ ਭੁਲਾ ਦਿੱਤਾ ਹੋਇਆ ਹੈ। ਤੁਸੀਂ ਜਾ ਕੇ ਉੱਥੇ ਵੇਖਣਾ ਤੇ ਸਹੀ ਸੀ ਕਿ ਇਹ ਕੀ ਕਰ ਰਹੇ ਨੇ, ਕੀ ਕਮਾ ਰਹੇ ਨੇ। ਕਮਾਈ ਹੁਣੇ ਉਹਨਾਂ ਨੇ ਦੱਸਿਆ ਹੈ, ਨਾਨਕ ਜੀ ਨੇ ਪੁੱਤਰ ਜੀ ਨੇ ਦੱਸਿਆ ਹੈ ਕਿ ਕਮਾਈ ਵੀ ਬੜੀ ਕਰਦੇ ਨੇ, ਤੇ ਤੁਸੀਂ ਕੁਛ ਤੇ ਉਹਨਾਂ ਦੀ ਰਾਖੀ ਰੱਖਣੀ ਸੀ, ਉਹ ਤੇ ਲੁਟਾਈ ਜਾਂਦੇ ਨੇ, ਮਾਇਆ ਲੁਟਾਈ ਜਾਂਦੇ ਨੇ। ਨਾ ਤੁਸੀਂ ਉਹਨਾਂ ਦੇ ਵਿਆਹ ਦੀ ਚਿੰਤਾ ਕਰ ਰਹੇ ਹੋ, ਤੁਹਾਡੇ ਚੇਤੇ 'ਚ ਤੇ ਕੁਝ ਹੈ ਹੀ ਨਹੀਂ। ਤੁਹਾਡੇ ਕੋਲ ਹੁਣ ਰਹਿੰਦੇ ਨੇ ਤੇ ਤੁਸੀਂ ਉਹਨਾਂ ਦੇ ਉੱਤੇ ਰਾਖੀ ਤੇ ਰੱਖਣੀ ਸੀ, ਉਹਨਾਂ ਦੀ ਮਾਇਆ ਤੇ ਤੁਸੀਂ ਸਾਂਭਣੀ ਸੀ। ਧਨ ਵੀ ਬੜਾ ਕਮਾ ਰਹੇ ਨੇ। ਤੇ ਬੇਬੇ ਜੀ ਅੱਗੋਂ ਕਹਿੰਦੇ ਨੇ, ਬੇਬੇ ਜੀ ਜੋ ਕਿ ਸ਼ਰਧਾ ਨਾਲ ਭਰੇ ਹੋਏ ਨੇ, ਜੋ ਸ਼ਰਧਾ ਨਾਲ ਪੂਰੇ ਭਰੇ ਹੋਏ ਨੇ, ਕਹਿੰਦੇ ਪਿਤਾ ਜੀ ਮੇਰੇ ਸਤਿਗੁਰੂ ਉਹ ਕੰਮ ਕਰ ਰਹੇ ਨੇ, ਉਹ ਮੋਦੀ ਖਾਨਾ ਸੰਭਾਲ ਰਹੇ ਨੇ, ਤੇ ਤੁਸੀਂ ਖੁਸ਼ ਹੋਵੋ। ਉਹ ਕਮਾ ਰਹੇ ਨੇ, ਧਨ ਵੀ ਬੜਾ ਕਮਾਉਂਦੇ ਨੇ, ਔਰ ਇੰਨਾ ਧਨ ਕਮਾ ਰਹੇ ਨੇ ਤੇ ਉਹਨਾਂ ਨੂੰ ਰਿਸ਼ਤਿਆਂ ਦਾ ਘਾਟਾ ਥੋੜੀ ਹੈ, ਉਹਨਾਂ ਨੂੰ ਰਿਸ਼ਤੇ ਵੀ ਬੜੇ ਆ ਰਹੇ ਨੇ। ਤੇ ਕਹਿੰਦੇ ਤੁਸੀਂ ਕਹੀ ਜਾ ਰਹੇ ਹੋ ਕਿ ਧਨ ਗਵਾ ਰਿਹਾ ਹੈ, ਧਨ ਗਵਾ ਰਹੇ ਨੇ। ਹੁਣ ਪਿਤਾ ਜੀ ਤੁਸੀਂ ਦੱਸੋ, ਉਹਨਾਂ ਨੇ ਤੁਹਾਡਾ ਕਿਹੜਾ ਧਨ ਗਵਾਇਆ? ਉਹ ਆਪ ਕਮਾ ਰਹੇ ਨੇ, ਆਪ ਕਮਾਉਂਦੇ ਨੇ ਤੇ ਆਪਣੀ ਕਮਾਈ ਉਹ ਵੰਡਦੇ ਨੇ, ਤੁਹਾਡਾ ਧਨ ਤੇ ਨਹੀਂ ਉਹਨਾਂ ਨੇ ਗਵਾਇਆ। ਤੇ ਤੁਸੀਂ ਪਿਤਾ ਜੀ ਚਿੰਤਾ ਕਿਉਂ ਕਰਦੇ ਹੋ? ਰਹੀ ਗੱਲ ਉਹਨਾਂ ਦੇ ਵਿਆਹ ਦੀ, ਤੇ ਪਿਤਾ ਜੀ ਚਿੰਤਾ ਨਾ ਕਰੋ, ਉਹਨਾਂ ਦੇ ਵਿਆਹ ਦੀ ਉਹਨਾਂ ਦੇ ਵਾਸਤੇ ਇੱਕ ਇਹਨਾਂ ਨੇ ਜੈ ਰਾਮ ਜੀ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਇਹਨਾਂ ਨੇ ਇੱਕ ਰਿਸ਼ਤਾ ਵੀ ਵੇਖਿਆ ਹੈ। ਇਹਨਾਂ ਨੇ ਇੱਕ ਰਿਸ਼ਤਾ ਵੀ ਵੇਖਿਆ ਹੈ। ਖੱਤਰੀ ਨੇ, ਨਾਮ ਹੈ ਮੂਲ ਚੰਦ, ਉਹ ਰੰਧਾਵਿਆਂ ਦੇ ਪਟਵਾਰੀ ਨੇ, ਉਹਨਾਂ ਦੀ ਇੱਕ ਪੁੱਤਰੀ ਹੈ। ਇਹ ਜੈ ਰਾਮ ਜੀ ਦੱਸਦੇ ਨੇ ਕਹਿੰਦੇ ਨੇ ਪਿਤਾ ਜੀ ਮੈਂ ਸਾਰੀ ਉਹਨਾਂ ਦੀ ਖੋਜ ਖਬਰ ਕੱਢ ਲਿੱਤੀ ਹੈ, ਪਰਿਵਾਰ ਚੰਗਾ ਹੈ। ਤੇ ਅੱਗੋਂ ਪਿਤਾ ਜੀ ਕਹਿੰਦੇ ਨੇ ਪਰਿਵਾਰ ਖੱਤਰੀਆਂ ਦਾ ਹੋਣਾ ਚਾਹੀਦਾ, ਔਰ ਪਰਿਵਾਰ ਵੀ ਚੰਗਾ ਘਰ-ਬਾਰ ਵੇਖ ਕੇ ਤੁਸੀਂ ਰਿਸ਼ਤਾ ਜੋੜਿਓ, ਮੇਰੇ ਪੁੱਤਰ ਦਾ ਐਵੇਂ ਕਿਤੇ ਰਿਸ਼ਤਾ ਨਾ ਜੋੜ ਦਿਓ। ਤੇ ਜੈ ਰਾਮ ਜੀ ਕਹਿੰਦੇ ਨੇ ਪਿਤਾ ਜੀ ਮੈਂ ਸਾਰੀ ਖੋਜ ਖਬਰ ਕੱਢ ਲਿੱਤੀ ਹੈ, ਔਰ ਸੁਣਿਆ ਹੈ ਕਿ ਇਹ ਸਾਰਿਆਂ ਦੇ ਨਾਲ ਬੜਾ ਅੱਛਾ ਸੰਬੰਧ ਰੱਖਦੇ ਨੇ, ਇਹਨਾਂ ਦਾ ਆਚਾਰ ਵਿਵਹਾਰ ਸਾਰਿਆਂ ਦੇ ਨਾਲ ਬੜਾ ਚੰਗਾ ਹੈ, ਤੇ ਇਸ ਲਈ ਤੁਸੀਂ ਚਿੰਤਾ ਨਾ ਕਰੋ, ਉਹ ਬਹੁਤ ਚੰਗੇ ਨੇ। ਤੇ ਪਿਤਾ ਜੀ ਕਹਿੰਦੇ ਮੈਂ ਤੇ ਚਾਹੁੰਦਾ ਹਾਂ ਜਿਸ ਤਰ੍ਹਾਂ ਤੁਸੀਂ ਮੇਰੀ ਪੁੱਤਰੀ ਨੂੰ ਖੁਸ਼ ਰੱਖਿਆ ਹੋਇਆ ਹੈ, ਤੇ ਮੇਰੇ ਪੁੱਤਰ ਦੀ ਵੀ ਪਤਨੀ ਜੋ ਆਏ ਉਹ ਵੀ ਸਾਰਿਆਂ ਨੂੰ ਖੁਸ਼ ਰੱਖੇ। ਤੇ ਫਿਰ ਉਹ ਜੈ ਰਾਮ ਜੀ ਕਹਿੰਦੇ ਪਿਤਾ ਜੀ ਤੁਸੀਂ ਤੇ ਹੁਣ ਆਏ ਹੋਏ ਹੋ, ਅਸੀਂ ਮਾਤਾ ਜੀ ਨੂੰ ਵੀ ਬੁਲਾ ਲੈਣੇ ਆ, ਮਾਤਾ ਜੀ ਨੂੰ ਬੁਲਾ ਕੇ ਤੇ ਅਸੀਂ ਫਿਰ ਇੱਥੇ ਰਿਸ਼ਤਾ ਪੱਕਾ ਕਰ ਦਿੰਨੇ ਆ ਨਾਨਕ ਜੀ ਦਾ। ਤੇ ਅੱਗੋਂ ਮਹਿਤਾ ਕਾਲੂ ਜੀ ਕਹਿੰਦੇ ਨੇ ਮੈਂ ਤੇ ਤਲਵੰਡੀ ਦਾ ਪਟਵਾਰੀ ਆ, ਉੱਥੇ ਰਾਏ ਬੁਲਾਰ ਜੀ ਨੇ ਤੇ ਮੈਨੂੰ ਬੜੀ ਜ਼ਿੰਮੇਵਾਰੀ ਦਾ ਕੰਮ ਦਿੱਤਾ ਹੋਇਆ ਹੈ, ਤੇ ਉੱਥੇ ਤੇ
ਕੱਲਾ ਕੱਲਾ ਮੇਰਾ ਪੁੱਤਰ ਹੈ। ਜਿਹਨੂੰ ਵੀ ਪਤਾ ਲੱਗਿਆ ਉਹਨੇ ਤੇ ਮੈਨੂੰ ਕਹਿਣਾ ਕਿ ਤੁਸੀਂ ਸਾਨੂੰ ਸੱਦਿਆ ਨਹੀਂ, ਤੁਸੀਂ ਸਾਨੂੰ ਸਗਾਈ ਤੇ ਸੱਦਿਆ ਨਹੀਂ। ਤੇ ਇਸੇ ਲਈ ਮੈਂ ਤੇ ਉੱਥੇ ਜਾਵਾਂਗਾ ਤੇ ਮੈਂ ਉੱਥੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਵਾਂਗਾ। ਮੈਂ ਇਕੱਲੇ ਨਹੀਂ ਆਣਾ। ਔਰ ਮੈਂ ਐਦਾਂ ਆਪਣੇ ਇੱਕੋ ਮੇਰਾ ਪੁੱਤਰ ਹੈ ਤੇ ਮੈਂ ਇਕੱਲੇ ਐਦਾਂ ਹੀ ਚੁੱਪਚਾਪ ਥੋੜੀ ਮੈਂ ਆਪਣੇ ਪੁੱਤਰ ਦਾ ਰਿਸ਼ਤਾ ਕਰ ਲੈਣਾ ਹੈ। ਤੇ ਤੁਸੀਂ ਐਦਾਂ ਕਰੋ, ਤੁਸੀਂ ਰਿਸ਼ਤਾ ਪੱਕਾ ਕਰ ਲਓ, ਸਗਾਈ ਦੀ ਤਰੀਕ ਪੱਕੀ ਕਰ ਲਓ ਤੇ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਸਾਰਿਆਂ ਪੂਰੇ ਪਿੰਡ ਨੂੰ ਲੈ ਕੇ ਮੈਂ ਇੱਥੇ ਆ ਜਾਵਾਂਗਾ। ਹੁਣ ਸੰਗਤ ਜੀ ਇਹ ਗੱਲ ਹੋ ਗਈ, ਪਰ ਪਿਤਾ ਜੀ ਦੇ ਚਿੱਤ ਚੋਂ ਮਾਇਆ ਦਾ ਉਹ ਨਹੀਂ ਜਾਂਦਾ, ਮੋਹ ਨਹੀਂ ਜਾਂਦਾ। ਪਿਤਾ ਜੀ ਕਹਿੰਦੇ ਆ ਠੀਕ ਹੈ, ਹੁਣ ਸਾਰੀਆਂ ਗੱਲਾਂ ਤੇ ਹੋ ਗਈਆਂ, ਪਰ ਹੁਣ ਤੁਸੀਂ ਇਹ ਵੇਖਣਾ ਹੈ ਕਿ ਨਾਨਕ ਜੀ ਮਾਇਆ ਸੰਭਾਲਣ। ਕੱਲ ਨੂੰ ਇਹਨਾਂ ਦਾ ਰਿਸ਼ਤਾ ਹੁੰਦਾ ਹੈ ਤੇ ਇਹਨਾਂ ਨੂੰ ਮਾਇਆ ਦੀ ਲੋੜ ਪੈਣੀ ਹੈ। ਐਦਾਂ ਤੇ ਮਾਇਆ ਉਜਾੜੀ ਜਾਏਗਾ ਤੇ ਫਜ਼ੂਲ ਖਰਚੀ ਕਰਦਾ ਰਹੇਗਾ। ਤੇ ਫਿਰ ਅੱਗੋਂ ਬੇਬੇ ਨਾਨਕੀ ਜੀ ਕਹਿੰਦੇ ਪਿਤਾ ਜੀ ਤੁਸੀਂ ਇਹ ਕੀ ਗੱਲਾਂ ਕਰੀ ਜਾਂਦੇ ਹੋ, ਇਹ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ। ਮੇਰਾ ਭਰਾ ਜਿਹੜਾ ਹੈ ਉਹ ਪੁੰਨੀ ਕਰ ਰਿਹਾ ਨਾ, ਉਹ ਦਾਨ ਹੀ ਵੰਡ ਰਿਹਾ ਨਾ, ਉਹ ਭੁੱਖਿਆਂ ਨੂੰ ਰਜਾ ਰਿਹਾ ਹੈ, ਭੁੱਖਿਆਂ ਨੂੰ ਭੋਜਨ ਦੇ ਰਿਹਾ ਹੈ, ਨੰਗਿਆਂ ਨੂੰ ਬਸਤਰ ਦੇ ਰਿਹਾ ਹੈ। ਔਰ ਪਿਤਾ ਜੀ ਤੁਸੀਂ ਮੇਰੀ ਨਜ਼ਰਾਂ ਨਾਲ ਕਿਉਂ ਨਹੀਂ ਵੇਖਦੇ? ਮੇਰੀ ਨਜ਼ਰਾਂ ਨਾਲ ਦੇਖੋ, ਮੈਨੂੰ ਤਾਂ ਲੱਗਦਾ ਹੈ ਜਿਸ ਤਰ੍ਹਾਂ ਕਿ ਪੁੰਨ ਨੇ ਹੀ ਸਰੀਰ ਧਾਰਨ ਕੀਤਾ ਹੋਇਆ ਹੈ। ਇਹ ਤੇ ਆਏ ਹੀ ਪੁੰਨ ਕਰਨ ਵਾਸਤੇ ਨੇ, ਇਹ ਤੇ ਆਏ ਹੀ ਜਗਤ ਦਾ ਉਧਾਰ ਕਰਨ ਵਾਸਤੇ ਨੇ। ਇਹ ਕੋਈ ਮਾੜਾ ਕੰਮ ਕਰਨ ਤੇ ਇਹਨਾਂ ਨੂੰ ਅਸੀਂ ਰੋਕੀਏ ਨਾ, ਇਹ ਤੇ ਸਾਰੇ ਕੰਮ ਹੀ ਦਾਨ ਪੁੰਨ ਦੇ ਕਰਦੇ ਪਏ ਨੇ। ਤੇ ਤੁਸੀਂ ਦੱਸੋ ਅਸੀਂ ਇਹਨਾਂ ਨੂੰ ਕਿੱਦਾਂ ਰੋਕੀਏ, ਅਸੀਂ ਇਹਨਾਂ ਨੂੰ ਕਿੱਦਾਂ ਸਮਝਾਈਏ? ਇਹ ਕੋਈ ਮਾੜਾ ਕੰਮ ਥੋੜੀ ਕਰ ਰਹੇ ਨੇ। ਤੇ ਫਿਰ ਬੇਬੇ ਨਾਨਕੀ ਜੀ ਅੱਗੋਂ ਕਹਿੰਦੇ ਹਾਂ ਡਰ ਤੇ ਬਸ ਇੱਕੋ ਗੱਲ ਦਾ ਹੈ, ਦੌਲਤ ਖਾਂ ਨਵਾਬ ਦਾ ਹੀ ਡਰ ਹੈ, ਬਾਕੀ ਸਾਨੂੰ ਕਿਸੇ ਦਾ ਡਰ ਨਹੀਂ। ਜਦੋਂ ਨਵਾਬ ਨੂੰ ਪਤਾ ਲੱਗੇਗਾ ਕਿ ਇੰਨਾ ਦਾਨ ਪੁੰਨ ਵੰਡ ਰਹੇ ਨੇ, ਇੰਨਾ ਦਾਨ ਵੰਡ ਰਹੇ ਨੇ, ਤੇ ਬਸ ਉਹੀ ਗੱਲ ਤੋਂ ਡਰ ਲੱਗਦਾ ਹੈ ਕਿ ਕਿਤੇ ਉਹ ਨਾ ਨਾਰਾਜ਼ ਹੋ ਜਾਏ, ਕਦੀ ਕਿਤੇ ਲੇਖਾ ਮੰਗੇ ਤੇ ਕਿਤੇ ਉੱਥੇ ਘਾਟਾ ਨਾ ਹੋ ਜਾਏ, ਤੇ ਬਸ ਇਹੀ ਡਰ ਲੱਗਦਾ ਹੈ। ਬਾਕੀ ਪਿਤਾ ਜੀ ਮੈਨੂੰ ਇਹ ਵੀ ਪੱਕਾ ਪਤਾ ਹੈ ਕਿ ਜਿਹੜਾ ਕੰਮ ਮੇਰਾ ਵੀਰ ਕਰੇਗਾ ਉਹਦੇ 'ਚ ਕਦੀ ਘਾਟਾ ਹੋ ਹੀ ਨਹੀਂ ਸਕਦਾ। ਪਿਤਾ ਜੀ ਕਹਿੰਦੇ ਮੈਂ ਤੇ ਮੈਂ ਆਪਣੀ ਅੱਖੀ ਵੇਖ ਕੇ ਆਇਆ, ਹੱਟੀ ਦੇ ਬਾਹਰ ਤੇ ਮੰਗਤਿਆਂ ਦੀ ਭੀੜ ਲੱਗੀ ਹੋਈ ਹੈ। ਘਾਟਾ ਕਿੱਦਾਂ ਨਹੀਂ ਹੋਏਗਾ? ਘਾਟਾ ਜ਼ਰੂਰ ਹੋਏਗਾ, ਲੇਖਾ ਤੁਸੀਂ ਹੁਣ ਕਰਕੇ ਵੇਖ ਲਓ। ਬੇਬੇ ਜੀ ਕਹਿੰਦੇ ਪਿਤਾ ਜੀ ਅੱਜ ਤੱਕ ਕਦੀ ਘਾਟਾ ਨਹੀਂ ਪਿਆ। ਜਦੋਂ ਵੀ ਲੇਖਾ ਹੋਇਆ ਹੈ ਹਮੇ ਕਦੀ ਘਾਟਾ ਨਹੀਂ ਪਿਆ। ਜੇ ਵਾਧਾ ਨਹੀਂ ਪਿਆ ਤੇ ਕਦੀ ਘਾਟਾ ਵੀ ਨਹੀਂ ਪਿਆ। ਪਿਤਾ ਜੀ ਕਹਿੰਦੇ ਅੱਜ ਹੀ ਜੋ ਮੈਂ ਵੇਖ ਕੇ ਆਇਆ, ਤੁਸੀਂ ਅੱਜ ਲੇਖਾ ਕਰ ਲਓ। ਜੇ ਘਾਟਾ ਨਾ ਪਵੇ ਤਾਂ ਤੁਸੀਂ ਮੈਨੂੰ ਦੱਸਿਓ। ਤੇ ਫਿਰ ਪਿਤਾ ਜੀ ਕਹਿੰਦੇ ਤੁਸੀਂ ਬਾਲੇ ਨੂੰ ਬੁਲਾਓ, ਅਸੀਂ ਤਿੰਨੋਂ ਮਿਲ ਕੇ ਬਾਲੇ ਨੂੰ ਸਮਝਾਉਂਦੇ ਹਾਂ। ਸੰਗਤ ਜੀ ਭੇਜਿਆ, ਭਾਈ ਬਾਲਾ ਜੀ ਨੂੰ ਬੁਲਾਇਆ। ਪਿਤਾ ਜੀ ਨੇ ਭਾਈ ਬਾਲਾ ਜੀ ਨੂੰ ਬੁਲਾਇਆ। ਭਾਈ ਬਾਲਾ ਜੀ ਆਏ, ਪਿਤਾ ਜੀ ਨੂੰ ਨਮਸਕਾਰ ਕੀਤੀ ਔਰ ਪਿਤਾ ਜੀ ਦੇ ਲਾਗੇ ਆ ਕੇ ਬੈਠ ਗਏ। ਪਿਤਾ ਜੀ ਕਹਿੰਦੇ ਬਾਲਿਆ ਤੂੰ ਤੇ ਬੜਾ ਸਿਆਣਾ ਹੈ, ਔਰ ਤੈਨੂੰ ਤੇ ਮੈਂ ਸ਼ੁਰੂ ਤੋਂ ਹੀ ਬੜਾ ਸਿਆਣਾ ਸਮਝਦਾ ਸੀ। ਦੇਖ ਤੂੰ ਮੇਰੇ ਪੁੱਤਰ ਦਾ ਮਿੱਤਰ ਹੈ, ਤੂੰ ਆਪਣੇ ਮਿੱਤਰ ਦੀ ਰਾਖੀ ਰੱਖਿਆ ਕਰ। ਉਹ ਇੰਨਾ ਦਾਨ ਵੰਡੀ ਜਾ ਰਹੇ ਨੇ, ਤੂੰ ਉਹਨਾਂ ਨੂੰ ਰੋਕਿਆ ਕਰ। ਸ਼ਾਇਦ ਤੇਰੇ ਕਰਕੇ ਤੇਰੇ ਮਨਾ ਕਰਨ ਕਰਕੇ ਸ਼ਾਇਦ ਲੱਜਾ 'ਚ ਆ ਕੇ ਉਹ ਦਾਨ ਵੰਡਣਾ ਬੰਦ ਕਰ ਦੇਣ। ਤੇ ਤੂੰ ਐਦਾਂ ਕਰ, ਤੂੰ ਉਹਨਾਂ ਨੂੰ ਨਾ ਦਾਨ ਵੰਡਣ ਤੋਂ ਨਾ ਉਹਨਾਂ ਨੂੰ ਰੋਕਿਆ ਕਰ। ਉਹਨਾਂ ਫਿਰ ਕਹਿੰਦੇ ਨੇ ਬੇਬੇ ਜੀ ਨੂੰ, ਬਾਲਾ ਜੀ ਨੂੰ ਔਰ ਜੈਰਾਮ ਜੀ ਨੂੰ, ਤਿੰਨਾਂ ਨੂੰ ਕਹਿੰਦੇ ਤੁਸੀਂ ਫਿਰ ਤਿੰਨੋਂ ਐਦਾਂ ਕਰੋ ਕਿ ਥੋੜੇ ਪੈਸੇ ਨਾ ਉਹਨਾਂ ਦੇ, ਜਦੋਂ ਰੋਜ਼ ਦੀ ਉਹਨਾਂ ਦੀ ਕਮਾਈ ਹੁੰਦੀ ਹੈ ਨਾ, ਉਹਨਾਂ ਦੀ ਕਮਾਈ 'ਚ ਉਹਨਾਂ ਕੋਲ ਪੈਸੇ ਲੈ ਕੇ ਨਾ ਆਪਣੇ ਕੋਲ
ਰੱਖ ਲਿਆ ਕਰੋ। ਤੇ ਸੰਗਤ ਜੀ ਭਾਈ ਬਾਲਾ ਜੀ ਕਹਿੰਦੇ ਨੇ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਨੇ, ਕਹਿੰਦੇ ਆ ਪਾਤਸ਼ਾਹ ਪਤਾ ਨਹੀਂ ਮੇਰੇ 'ਚ ਕਿੱਥੋਂ ਇੰਨਾ ਬਲ ਆ ਗਿਆ ਸੀ, ਪਤਾ ਨਹੀਂ ਮੈਨੂੰ ਇੰਨਾ ਕਿੱਥੋਂ ਬਲ ਆ ਗਿਆ ਕਿ ਮੈਂ ਪਿਤਾ ਜੀ ਦੇ ਅੱਗੇ ਬੋਲ ਪਿਆ। ਸੰਗਤ ਜੀ ਕਿਉਂਕਿ ਹੁਣ ਤੱਕ ਤੇ ਭਾਈ ਬਾਲਾ ਜੀ ਪਿਤਾ ਜੀ ਤੋਂ ਡਰਦੇ ਹੁੰਦੇ ਸੀ, ਪਿਤਾ ਜੀ ਦੇ ਅੱਗੇ ਕੁਝ ਨਹੀਂ ਕਹਿੰਦੇ ਸੀ। ਕਹਿੰਦੇ ਉਸ ਦਿਨ ਪਾਤਸ਼ਾਹ ਪਤਾ ਨਹੀਂ ਮੇਰੇ 'ਚ ਬਲ ਕਿੱਥੋਂ ਆ ਗਿਆ, ਮੈਂ ਤੇ ਪਿਤਾ ਜੀ ਨੂੰ ਬੋਲ ਪਿਆ, ਪਿਤਾ ਜੀ ਦੇ ਅੱਗੇ ਬੋਲ ਪਿਆ। ਮੈਂ ਕਿਹਾ ਪਿਤਾ ਜੀ ਤੁਸੀਂ ਇਹ ਕਿਹੜੇ ਭਰਮਾਂ 'ਚ ਪਏ ਹੋਏ ਹੋ, ਨਾ ਮੇਰੇ ਸਤਿਗੁਰੂ ਨੂੰ ਕਿਸੇ ਚੀਜ਼ ਦਾ ਲੋਭ ਹੈ ਤੇ ਨਾ ਹੀ ਮੈਨੂੰ ਕਿਸੇ ਚੀਜ਼ ਦਾ ਲੋਭ ਹੈ। ਉਹ ਕੋਈ ਮਾੜਾ ਕੰਮ ਕਰਨ ਤੇ ਉਹਨਾਂ ਨੂੰ ਅਸੀਂ ਰੋਕੀਏ, ਔਰ ਉਹ ਫਜ਼ੂਲ ਖਰਚੀ ਥੋੜੀ ਕਰਦੇ ਨੇ। ਉਹ ਤੇ ਭੁੱਖਿਆਂ ਨੂੰ ਭੋਜਨ ਦਿੰਦੇ ਨੇ, ਨੰਗਿਆਂ ਨੂੰ ਬਸਤਰ ਦਿੰਦੇ ਨੇ। ਤੇ ਉਹ ਤੁਸੀਂ ਇਹ ਕਿਉਂ ਸਮਝਦੇ ਹੋ ਕਿ ਉਹ ਤੁਹਾਡੇ ਪੁੱਤਰ ਨੇ? ਤੁਸੀਂ ਇਹ ਸਮਝੋ ਉਹ ਤੁਹਾਡੇ ਪੁੱਤਰ ਨਹੀਂ ਹਨ। ਤੁਹਾਨੂੰ ਇਹ ਕਦੋਂ ਪਤਾ ਚੱਲੇਗਾ ਕਿ ਉਹ ਇੱਕ ਆਮ ਪੁਰਸ਼ ਨਹੀਂ ਹੈ, ਉਹ ਤੇ ਪਰਮੇਸ਼ਵਰ ਦਾ ਰੂਪ ਹਨ, ਉਹ ਤੇ ਆਪ ਕਰਤਾਰ ਹਨ, ਉਹ ਰੱਬ ਦਾ ਅਵਤਾਰ ਨੇ, ਉਹ ਸੰਤ ਨੇ, ਉਹ ਵਿਲੱਖਣ ਨੇ, ਉਹ ਪਰਉਪਕਾਰੀ ਨੇ। ਇਹ ਤੁਸੀਂ ਕਿਉਂ ਨਹੀਂ ਆਪਣੇ ਮਨ ਦੇ ਵਿੱਚ ਸ਼ਰਧਾ ਰੱਖਦੇ? ਤੁਸੀਂ ਕਿਉਂ ਉਹਨਾਂ ਨੂੰ ਤੁਸੀਂ ਐਦਾਂ ਗਲਤ ਬੋਲਦੇ ਹੋ? ਬਾਲਾ ਜੀ ਨੂੰ ਉਸ ਦਿਨ ਪਤਾ ਨਹੀਂ ਕਿੱਥੋਂ ਬਲ ਆ ਜਾਂਦਾ। ਬਾਲਾ ਜੀ ਖੁਦ ਕਹਿੰਦੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਿ ਪਾਤਸ਼ਾਹ ਪਤਾ ਨਹੀਂ ਮੇਰੇ 'ਚ ਬਲ ਕਿੱਥੋਂ ਆ ਗਿਆ ਔਰ ਮੈਂ ਪਿਤਾ ਜੀ ਦੇ ਅੱਗੇ ਬੋਲ ਪਿਆ। ਕਹਿੰਦੇ ਨੇ ਭਾਈ ਬਾਲਾ ਜੀ ਕਹਿੰਦੇ ਉਹ ਮੇਰੇ ਸਤਿਗੁਰੂ ਨੇ ਔਰ ਉਹ ਆਏ ਜਗਤ ਦਾ ਉਧਾਰ ਕਰਨ ਵਾਸਤੇ ਨੇ। ਜੇ ਜਗਤ ਨੂੰ ਕਿਸੇ ਨੇ ਤਾਰਨਾ ਹੈ ਨਾ ਪਿਤਾ ਜੀ, ਉਹ ਤੁਹਾਡੇ ਪੁੱਤਰ ਨੇ ਹੀ ਤਾਰਨਾ ਹੈ। ਸਾਨੂੰ ਤਾਰਨਾ ਹੈ, ਸਾਨੂੰ ਇਸ ਜਗਤ ਤੋਂ ਉਤਾਰਨਾ ਹੈ ਤੇ ਤੁਹਾਡੇ ਪੁੱਤਰ ਨੇ ਹੀ ਤਾਰਨਾ ਹੈ। ਚੰਗਾ ਹੋਏਗਾ ਜੇ ਤੁਸੀਂ ਵੀ ਆਪਣੇ ਪੁੱਤਰ ਤੇ ਸ਼ਰਧਾ ਬੰਨੋ ਔਰ ਤੁਹਾਨੂੰ ਸਾਰੇ ਸੁੱਖ ਮਿਲਣਗੇ। ਅਸੀਂ ਸਾਰੇ ਸੁਖੀ ਹੋ ਜਾਵਾਂਗੇ ਜਦੋਂ ਤੁਸੀਂ ਉਹਨਾਂ ਤੇ ਸ਼ਰਧਾ ਰੱਖੋਗੇ। ਤੇ ਸੰਗਤ ਜੀ ਫਿਰ ਕਹਿੰਦੇ ਦੇਖੋ ਪਿਤਾ ਜੀ ਮੈਂ ਉਹਨਾਂ ਦਾ ਦਾਸ ਹਾਂ, ਉਹ ਮੇਰੇ ਮਾਲਿਕ ਨੇ, ਮੈਂ ਤੇ ਉਹਨਾਂ ਦਾ ਕਿਹਾ ਨਹੀਂ ਮੋੜ ਸਕਦਾ। ਮੈਨੂੰ ਉਹ ਜੋ ਕਹਿਣਗੇ ਮੈਂ ਉਹਨਾਂ ਦਾ ਹੁਕਮ ਮੰਨਾਂਗਾ। ਔਰ ਰਹੀ ਗੱਲ ਮਾਇਆ ਜੋੜਨ ਦੀ, ਉਹ ਤੇ ਦੇਖੋ ਪਿਤਾ ਜੀ ਮਾਇਆ ਜੁੜ ਨਹੀਂ ਸਕਦੀ। ਕਿਉਂਕਿ ਉਹ ਜਿਸ ਤਰ੍ਹਾਂ ਉਹਨਾਂ ਦੀ ਇੱਛਾ ਹੈ ਉਹ ਆਪਣੀ ਇੱਛਾ ਅਨੁਸਾਰ ਕਰਨਗੇ। ਮੈਂ ਤੇ ਉਹਨਾਂ ਦਾ ਦਾਸ ਹਾਂ, ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ। ਹੁਣ ਫਿਰ ਜੈ ਰਾਮ ਜੀ ਫਿਰ ਪਿਤਾ ਜੀ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਪਿਤਾ ਜੀ ਇੱਕ ਵਾਰੀ ਇਹਨਾਂ ਦਾ ਵਿਆਹ ਹੋ ਗਿਆ ਨਾ, ਆਪੇ ਫਿਰ ਮਾਇਆ ਸਾਂਭਣਗੇ। ਜਦੋਂ ਵਿਆਹ ਹੋ ਜਾਏਗਾ ਨਾ ਤੇ ਫਿਰ ਇਹਨਾਂ ਨੂੰ ਮੋਹ ਵੀ ਆਪੇ ਪੈ ਜਾਏਗਾ। ਤੁਸੀਂ ਚਿੰਤਾ ਨਾ ਕਰੋ, ਇੱਕ ਵਾਰੀ ਇਹਨਾਂ ਦਾ ਵਿਆਹ ਹੋ ਲੈਣ ਦਿਓ, ਫਿਰ ਇਹ ਪੈਸਾ ਵੀ ਸਾਂਭਣਗੇ, ਇਹ ਸਾਰੀ ਆਪਣੀ ਜ਼ਿੰਮੇਵਾਰੀ ਵੀ ਬੜੀ ਚੰਗੀ ਤਰ੍ਹਾਂ ਨਿਭਾਣਗੇ। ਤੇ ਸੰਗਤ ਜੀ ਪਿਤਾ ਜੀ ਕਹਿੰਦੇ ਫਿਰ ਠੀਕ ਹੈ, ਤੁਸੀਂ ਐਦਾਂ ਕਰੋ, ਤੁਸੀਂ ਰਿਸ਼ਤਾ ਪੱਕਾ ਕਰੋ ਤੇ ਮੈਂ ਤਲਵੰਡੀ ਨੂੰ ਵਾਪਸ ਜਾਣਾ ਹੈ ਤੇ ਜਾ ਕੇ ਮੈਂ ਦੱਸਦਾ, ਔਰ ਜਾਂਦਾ ਮੈਂ ਨਾਨਕ ਜੀ ਨੂੰ ਹੱਟੀ ਤੇ ਮਿਲ ਕੇ ਜਾਣਾ ਹਾਂ। ਤੇ ਸੰਗਤ ਜੀ ਪਿਤਾ ਮਹਿਤਾ ਕਾਲੂ ਜੀ ਹੱਟੀ ਤੇ ਫਿਰ ਜਾਂਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮਿਲਦੇ ਨੇ ਔਰ ਉਹਨਾਂ ਨੂੰ ਕਹਿੰਦੇ ਦੇਖੋ ਪੁੱਤਰ ਜੀ, ਹੁਣ ਦੇਖੋ ਤੁਹਾਡੇ ਵਿਆਹ ਦੀ ਗੱਲ ਚੱਲ ਰਹੀ ਹੈ, ਤੁਹਾਡੇ ਰਿਸ਼ਤਾ ਪੱਕਾ ਹੋਣਾ ਹੈ, ਹੁਣ ਜਲਦੀ ਹੀ ਤੁਹਾਡੀ ਸਗਾਈ ਵੀ ਹੋ ਜਾਣੀ ਹੈ। ਤੁਸੀਂ ਮਾਇਆ ਸਾਂਭੋ ਔਰ ਤੁਹਾਡੀ ਸਗਾਈ ਤੇ ਤੁਹਾਡੇ ਵਿਆਹ ਤੇ ਮੈਂ ਇੱਕ ਪੈਸਾ ਨਹੀਂ ਦੇਣਾ ਤੇ ਤੁਸੀਂ ਐਦਾਂ ਕਰੋ, ਆਪਣੀ ਮਾਇਆ ਹੁਣ ਤੁਸੀਂ ਸਾਂਭੋ। ਸੰਗਤ ਜੀ ਇਹ ਕਹਿ ਕੇ ਪਿਤਾ ਜੀ ਤਲਵੰਡੀ ਵੱਲ ਨੂੰ ਚਲੇ ਜਾਂਦੇ ਨੇ। ਹੁਣ ਸੰਗਤ ਜੀ ਪਾਤਸ਼ਾਹ ਸੁਲਤਾਨਪੁਰ 'ਚ ਖੁੱਲੇ ਗੱਫੇ ਵੰਡੀ ਜਾ ਰਹੇ ਨੇ। ਸੰਗਤ ਜੀ ਜਿੱਥੇ ਸਿਫਤ ਸਲਾਹ ਹੁੰਦੀ ਹੈ ਉੱਥੇ ਆਪ ਜੀ ਸ਼ੁਰੂ ਤੋਂ ਸੁਣਦੇ ਆਏ ਹੋ ਕਿ ਈਰਖਾਲੂ ਵੀ ਨਾਲ ਰਹੇ ਨੇ, ਗੁਰੂਆਂ ਨੂੰ ਵੀ ਨਹੀਂ ਛੱਡਿਆ ਈਰਖਾਲੂਆਂ ਨੇ। ਈਰਖਾ ਕਰਨ ਵਾਲੇ ਵੀ ਬੜੇ
हर समय च होए ने। सुल्तानपुर च बहुत सिफत सलाह हुंदी है कि मोदी ने जेड़ा मोदी खाने च बैठा है, जेड़ा नवीं मोदी आया है, एने ते सारियां नूं रजा दिता है। ये ते एक रब दा रूप आया है। संगत जी हुण जेड़े ईरखालू बंदे हुंदे ने ना, उन्हां नूं किसी दी सिफत सलाह बर्दाश्त नहीं हुंदी। ईरखालू बंदियां नूं नहीं पता हुंदा कि जे असी किसी दी भगती दे विच, किसी दे चंगे कर्मां दे विच जे असी विघन पा रहे हां, रोड़ा पा रहे हां, या असी किसी महापुरुष, संत पुरुष, किसी भगत बंदे नूं, किसी गुरमुख बंदे नूं जे असी चंगा माड़ा बोलदे हां, या ओदी भगती दे विच अड़चन पाने हां, या ओदे चंगे काम करन च अड़चन पाने हां, ते ईरखालू बंदे अपने रस्तियां दे विच कंडे बोण दा काम करदे ने। संगत जी बाणी च आंदा है, संत का निंदक मां हत्यारा, संत का निंदक परमेश्वर मारा। जेड़ा निंदक हुंदा है, जेड़े संतां, महापुरखां, भगतां दी जेड़ी निंदा करदा है, उन्हां नूं ओ हत्यारे दे बराबर है। और वो ते परमेश्वर दा मारा, उन्हां नूं फिर अपने परमेश्वर उन्हां नूं दुख दिंदे ने, दुखी करदे ने। इस तरह ही हुण चुगलीखोर ते हर एक जगह रहे ने। जदों देखिया कि कईयां को गुरु नानक देव पातशाह जी की सिफत सलाह बर्दाश्त नहीं हुई, एक चुगलखोर आ गया जय राम जी दे कोल, उन्हां दे काम ते पहुंच गया। हुण जाके चुगल ने इस तरह चुगली लगाई, जय राम जी नूं जाके क्या, देखो ना जय राम जी, अपनी तुसी पत्नी दे भरा नूं तुसी क्यों नहीं समझांदे? दान वंडी जांदे ने, दान वंडी जांदे ने, ऐदां दान वंडी जांदे ने जिद्दां राजे दान वंडदे ने। उन्हां नूं ते किसी दा भै ही नहीं, उन्हां नूं ते दौलत खां दा भी भै नहीं है। और तुहानूं पता ना जय राम जी, दौलत खां नूं पता लगेगा ते दौलत खां ते फिर सज़ा भी बड़ियां दुखदाई दिंदा है। जे उन्होंने पता लग्या उहदा ते सुभाव भी बड़ा डाढा है, ते उन्होंने पता लगेगा वो ते फिर बड़ा नाराज होएगा, और हो सकदा वो सज़ा भी दे दे। और तुहानूं पता है वो सज़ा दिंदा है ते किन्नियां दुखदाई हुंदियां ने सज़ावां। संगत जी उन्ने शंका पाती जय राम जी दे मन दे विच। हुण संगत जी श्रद्धा जिहड़ी हुंदी है ना, श्रद्धा हुंदी है चिट्टे दुध दी तरह, और जिहड़ी शंका हुंदी है ये हुंदी है एक बूंद कांजी दा। जिन्नी मर्जी क्वांटिटी दे विच दुध होए ना, एक बूंद शंका दी, कांजी दी दुध दे विच पै जाए ते दुध सारा खराब हो जाता है। जय राम जी दे मन दे विच शंका पैदा हो गई कि जे लेखा होया, घाटा उहदे च आया, दौलत राम नूं पता लग गया, उन्हें ते फिर गुरु साहिब दे उत्ते ते उन्हें नाराज़गी दिखानी है। वो काम तो उसे वेले उठ के जल्दी जल्दी अपने घर नूं चले गए। जदों जल्दी जल्दी घर गए ते बेबे जी नानकी जी ने देखा कि अज जयराम जी बड़ी जल्दी आ गए ने, ते उन्हां नूं पुछया की गल है, अज तुसी काम तो बड़ी जल्दी आ गए हो। ते जयराम जी कहंदे नानकी तू ते घर बैठी हुई है, तेनू नहीं पता बाहर किन्ना रौला पिया होया है। रौला पिया होया है? किस गल दा रौला पिया है? कहंदे ने बाहर ते रौला पिया है कि नानक जी ते ऐदां दान वंडी जा रहे ने, ऐदां दान वंडी जा रहे ने, और जिद्दां कि ओ राजे होण, जिद्दां ओ राजे महाराजे होण। ते जे घाटा पै गया, कहंदे जे घाटा पै गया ते असी की करांगे। ते वो संगत जी गल्लां सुन के, क्योंकि संगत देखो, संगत ने बुरे दी संगत कीती, जय राम जी दी शरदा च 1 मिनट च शरदा दे विच शंका नाल आ गई। ते कहंदे सानू कुछ ना कुछ ते करना पेगा। जय राम जी कहंदे आ हुण गुरु नानक देव पातशाह जी भी इन्ने वड्डे ने, हुण मैं उन्हां नूं किद्दां समझावां। ते नानकी तू ही मैनू दस
कि मैं की करा, मैं किस तरह उन्होंने समझावां, मैं किस तरह उन्होंने रोकां। ते लोग ते तरह तरह दीयां गल्लां करदे ने। ते बेबे नानकी जी जो शरधा दे परे सी कहंदे ने मैनू लगदा है अज तुहाडे मन च शंका पैदा हो गई है, आज मैनू लगदा है अज तुहाडे मन च शंका पैदा हो गई है, इसी करके तुसी इहो जिहियां गल्लां करदे पए हो। की गल हुण तक तुहानू मेरे भरा दे उत्ते तुहाडी शरधा नहीं बनी? की गल तुहानू मेरे भरा दे उत्ते कोई शंका है? मेरा भरा ते जिथे खड़ा हो जाए उत्थे ते कदी घाटा हो ही नहीं सकदा, उत्थे ते वाधा ही वाधा है, उत्थे ते कदी कोई घाटा हो ही नहीं सकदा। कहंदे जे तुहाडे मन च शंका आ गई है, पहली गल ते तुहाडे मन च शंका आनी नहीं चाहिदी। ते जे तुहाडे मन च शंका आ गई है ते तुसी ऐदां करो, तुसी अज ही लेखा जोखा कर लो। हुण संगत जी श्रद्धालु बेबे नानकी जी की संगत की जय राम जी ने ते उन्हां दी शरधा फिर बंद गई। कहंदे नहीं नहीं मैं नहीं कर रहा, मैं शंका नहीं कर रहा, ये ते लोकी कह रहे ने। ते बेबे नानकी जी कहंदे मैनू ते पूरा भरोसा है, मेरे वीर उत्ते, मेरे पीर उत्ते मैनू ते पूरा भरोसा है कि जिथे मेरा वीर खड़ा हो जाए उत्थे ते कदी घाटा हो ही नहीं सकदा। पर हुण तुहाडे मन च शंका आ गई है ते लेखा जोखा भी होना ही चाहिए। ते वो कहंदे ने नहीं नहीं मैं लेखा नहीं करना चाहता, क्योंकि अंदरों डरदे भी ने, अंदरों डरदे भी ने कि भी मैं गुरु नानक पातशाह जी दे उत्ते शंका कर बैठा, ये डरदे भी ने। ते बेबे जी कहंदे नहीं हुण देर नहीं करनी चाहिए, जे शंका हुई है तो हुण लेखा जोखा भी हो ही जाना चाहिए। ते उसी समय बेबे नानकी जी ने तुलसा दासी नूं भेजिया। संगत जी ये वही तुलसा दासी है जिदे उत्ते मेहर वरसाई सी तलवंडी विच धन धन गुरु नानक देव पातशाह जी। पुराने जमाने च संगत जी की हुंदे सी, जदों पुत्री दा विआह हुंदा सी ते जो अमीर बंदे हुंदे सी, जो धन तो जो धनी हुंदे सी, वो दाज दे विच ना दासियां भी भेजदे हुंदे सी। ते तुलसा दासी बेबे नानकी जी दे नाल उन्हां दे दाज विच आए सन। बेबे नानकी जी तुलसा जी नूं हट्टी ते भेजदे ने कि जाओ जाके गुरु नानक देव पातशाह जी नूं बुला के लियाओ, कहना कि असी उन्हां दे दर्शन करना चाहते हैं। तुलसा जी उत्थे जांदे ने, दासी तुलसा जी उत्थे पहुंचते ने, किथे हट्टी ते जिथे कि गुरु नानक देव पातशाह जी तकड़ी लैके 13 ही तोली जाते हैं। संगत जी उत्थे जदों तोलते ने, क्योंकि तकड़ी दे विच तोल के जदों दूजे दे थैले च या दूजे दी झोली च पाते ने, गिणदे ने 1 2 3 4, जदों गिनती करदे करदे पातशाह 13 तक पहुँचते ने ते उस 13 दे नाल पातशाह दी लिव जुड़ जाती है। ते नंबर फिर 13 नहीं, फिर पातशाह 13 च पातशाह उन्हां दी झोली च पाई जांदे ने, दान पाई जांदे ने, दान पाई जांदे ने। जदों पातशाह ने देखिया कि तुलसा आई है ते पातशाह ने पूछा, दसो तुलसा तुसी हट्टी ते की करन आए हो? हाथ जोड़ के खड़ी हो गई, क्योंकि वो ते पहला ही रंग दे विच रंगी हुई सी, मेहर वरसी हुई सी ओदे ते। बेनती करदी है, पातशाह आप जी दी भैन बेबे नानकी जी ने आप जी नूं घर बुलाया है, आप जी दे दर्शन करना चाहते ने। ते पातशाह कहंदे ने तुसी जाओ, असी तुहाडे पिछे पिछे आने आ। ते जिस तरह ही तुलसा दासी घर वापस आंदी है ते बाला जी दसदे ने गुरु अंगद देव पातशाह जी नूं कि पातशाह फिर महाराज सतगुरां ने फिर मैनू बुलाया ते क्या बालिया पता नहीं अज सानू क्यों जल्दी बुला लिया है बेबे जी ने।
फिर कहंदे बालिया तेनू दसीए अज क्यों जल्दी बुलाया है। अज बेबे जी नू भरम हो गया है, अज भाईया जी नू भरम हो गया है, इसलिए बेबे जी ने भरम दूर करन वास्ते सानू बुलाया है। किसी ने चुगली कीती है साडी। फिर पातशाह अपनी गल्लां दे उत्ते ही पर्दा पांदे ने, कहंदे ने ऐदा ना साडे मन च विचार आया है कि किसी ने जाके चुगली कीती है साडी। ते बाला जी अगों कहंदे ने पातशाह तुहाडे च कोई अवगुण थोड़ी है जेड़ा कोई तुहाडी चुगली करेगा, और चुगली किन्ने कीती है? तुसी कोई माड़े काम थोड़ी कर रहे हो पातशाह, किन्ने कीती चुगली? ते पातशाह कहंदा ये ते हुण घर चल के ही बेबे जी को पता चलेगा। चल बालिया घर चलीए। ते बालिया ऐदां कर भैन कोल चले आ ते थोड़ी मिठाई भी ले लीए, मिठा भी ले लीए। ते भाई बाला जी कहंदे ने गुरु अंगद देव पातशाह जी नू कि पातशाह फिर मैं 2.5 सेर पतासे खरीदे, पतासे खरीद के मैं अपने सिर उत्ते रख ले। अगे अगे मेरे सतगुरु, पिछे पिछे मैं सतगुरु दे पिछे पिछे तुर पिया। तुर के असी जदों घर पहुंचे, सामने बेबे जी अगे जांदियां नू पलंगे उत्ते बैठे हुए से। जदों मेरे सतगुरां नू बेबे जी ने देखिया ते बेबे जी ने पलंगा विछाया, पलंगा विछा के सतगुरां नू बिठाया और जल पानी पुछया। ते पातशाह ने अगों कहा नहीं नहीं जल पानी नहीं, तुसी पहला सानू दसो तुसी सानू क्यों बुलाया है। ते बेबे जी ने हाथ जोड़ के कहा, कहंदे पातशाह तुहाडे तो की छुपिया है, तुसी ते जानी जानो पातशाह हैं, तुहाडे दर्शनां वास्ते मैं तुहानू बुलाया है। तुहाडे दर्शन नू मेरा चित्त कर रहा सी पातशाह, हुण मैं तुहाडे दर्शन कर लिते ने, हुण मैनू ठंड पै गई है। पातशाह कहंदे बेबे जी ये गल नहीं है, असी दसीए तुसी सानू क्यों बुलाया है, हुण सुनो। क्यों संगत जी पातशाह ते अंतरजामी, कट कट के अंतर की जानत, भले बुरे की पीर पछानत। ते पातशाह जी बोले बेबे जी ये गल नहीं है, गल दर्शना दी नहीं है, तुसी सानू बुलाया है क्योंकि किसी ने साडी आके चुगली कीती है। जिस तरह ही पातशाह ने कहा ते बेबे जी बोले पातशाह तुहाडे तो कुछ नहीं छुपिया, तुसी ते अंतरजामी हो। ते फिर पातशाह कहंदे सुनो, पातशाह कहंदे ने सुनो, जे हुण चुगली लगी है, जे हुण तुसी सानू बुलाया है, चुगली किसी ने कीती है, ते पहला शक दूर ही कर लो, पहला लेखा जोखा कर ही लईए। 3 महीने हो गए ने, वैसे भी लेखा जोखा होया नहीं, हिसाब किताब होया नहीं, 3 महीने का हिसाब हाली करना बाकी है। ते ऐदां करो पहला हिसाब किताब कर ही लईए। बेबे जी कहंदे नहीं नहीं पातशाह मैनू कोई भरम नहीं है, सानू कोई भरम नहीं है पातशाह, ये ते लोकी गल्लां करदे ने। पातशाह कहंदे ने ये ते जे शक आ ही गया है, जे भरम पैदा हो ही गया है, हुण लेखा जोखा हो ही जाना चाहिए है, हुण देर नहीं होनी चाहिए। ते जय राम जी नू कहंदे हुणे चलो साडे नाल और चल के हिसाब किताब करिए। संगत जी जय राम जी जांदे ने, जय राम जी जांदे ने, कहंदे चलो फिर दौलत खां दे घर ही चलते हैं। भाई बाला जी, धन धन गुरु नानक देव पातशाह जी और जय राम जी, भाईया जय राम जी तीनों जाते ने दौलत खां दे घर। उत्थे अगे मंत्री हुंदा है दौलत खां दा, जिन्ने की ये सारा लेखा जोखा जो जिन्नू की देना हुंदा है। पातशाह अपने मुखों दसी जा रहे ने किन्ना सौदा आया, किन्ना सौदा वेचिया, किन्नी आमदनी हुई, सारा 3.5 महीने का लेखा जोखा हिसाब किताब सारा हुंदा है। जदों सारा हिसाब किताब होया ते 135 रुपए पातशाह जी वाल वध निकले। जदों 135 रुपए पातशाह जी वाल वध निकले,
ਇਹ ਵੇਖ ਕੇ ਸੰਗਤ ਜੀ ਉਸ ਸਮੇਂ ਤੇ ਜਦੋਂ ਪਿਤਾ ਜੀ ਨੇ 20 ਰੁਪਏ ਦਿੱਤੇ ਸੀ ਸੱਚਾ ਸੌਦਾ ਕਰਨ ਵਾਸਤੇ, ਔਰ ਉਸ ਸਮੇਂ ਦੇ 20 ਰੁਪਏ ਕਿੰਨੇ ਸੀ, ਹੁਣ ਇੱਥੇ ਤੇ 135 ਰੁਪਏ ਵਾਧਾ ਆਇਆ ਹੈ। ਤੇ ਜੈ ਰਾਮ ਜੀ ਬੜੇ ਖੁਸ਼ ਹੁੰਦੇ ਨੇ, ਸ਼ਰਮਿੰਦੇ ਵੀ ਹੁੰਦੇ ਨੇ ਤੇ ਖੁਸ਼ ਵੀ ਹੁੰਦੇ ਨੇ। ਸ਼ਰਮਿੰਦਗੀ ਇਸ ਲਈ ਹੁੰਦੀ ਹੈ ਕਿਉਂਕਿ ਉਹਨਾਂ ਦੇ ਮਨ 'ਚ ਸ਼ੰਕਾ ਪੈਦਾ ਹੋਈ ਸੀ, ਔਰ ਖੁਸ਼ ਇਸ ਲਈ ਹੁੰਦੇ ਨੇ ਕਿ ਘਾਟਾ ਨਹੀਂ ਪਿਆ। ਜਿਹੜੇ ਨਿੰਦਕ ਸੀ ਨਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਵਾਧਾ ਹੀ ਵਾਧਾ ਹੈ। ਦੌਲਤ ਖਾਂ ਨੂੰ ਪਤਾ ਚੱਲਿਆ ਕਿ 135 ਰੁਪਏ ਪਾਤਸ਼ਾਹ ਵੱਲ ਨਿਕਲਦੇ ਨੇ। ਹਿਸਾਬ ਕਿਤਾਬ ਕਰਨ ਤੋਂ ਬਾਅਦ ਚੋਂ ਜੈ ਰਾਮ ਜੀ ਔਰ ਪਾਤਸ਼ਾਹ ਔਰ ਬਾਲਾ ਜੀ ਵਾਪਸ ਘਰ ਆਉਂਦੇ ਨੇ। ਹੁਣ ਮਾਤਾ ਜੀ ਉਡੀਕ ਰਹੇ ਨੇ ਕਿ ਕੀ ਗੱਲ ਹੋਈ ਉੱਥੇ। ਜਿਸ ਤਰ੍ਹਾਂ ਹੀ ਉਹ ਆਉਂਦੇ ਨੇ, ਬੇਬੇ ਜੀ ਜਲਦੀ ਜਲਦੀ ਪੁੱਛਦੇ ਨੇ ਕੀ ਹੋਇਆ ਉੱਥੇ, ਦੱਸੋ ਕੀ ਬਣਿਆ। ਤੇ ਪਾਤਸ਼ਾਹ ਫਿਰ ਕਹਿੰਦੇ ਨੇ, ਕਹਿੰਦੇ ਭਾਈਆ ਜੀ ਨੂੰ ਪੁੱਛੋ, ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ। ਤੇ ਸੰਗਤ ਜੀ ਜਦੋਂ ਪਾਤਸ਼ਾਹ ਨੇ ਕਿਹਾ ਭਾਈਆ ਜੀ ਨੂੰ ਪੁੱਛੋ, ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ, ਤੇ ਪਾਤਸ਼ਾਹ ਖੜੇ ਹੋ ਗਏ। ਪਾਤਸ਼ਾਹ ਕਹਿੰਦੇ ਨੇ, ਜੈ ਰਾਮ ਜੀ ਨੂੰ ਕਹਿੰਦੇ ਨੇ, ਕਹਿੰਦੇ ਹੁਣ ਤੁਸੀਂ ਸੰਭੋ ਆਪਣਾ ਮੋਦੀ ਖਾਨਾ, ਅਸੀਂ ਹੁਣ ਤੁਹਾਡਾ ਮੋਦੀ ਖਾਨਾ ਨਹੀਂ ਸੰਭਾਲ ਸਕਦੇ। ਜਿੱਥੇ ਸ਼ੰਕਾ ਪੈਦਾ ਹੋ ਜਾਂਦੀ ਹੈ ਉੱਥੇ ਅਸੀਂ ਨਹੀਂ ਰਹਿ ਸਕਦੇ। ਤੁਸੀਂ ਆਪਣਾ ਮੋਦੀ ਖਾਨਾ ਸੰਭਾਲੋ, ਅਸੀਂ ਹੁਣ ਉੱਥੇ ਕੰਮ ਨਹੀਂ ਕਰਾਂਗੇ। ਹੁਣ ਸੰਗਤ ਜੀ ਪਾਤਸ਼ਾਹ ਉੱਠ ਖੜੇ ਹੋਏ, ਕਹਿੰਦੇ ਹੁਣ ਅਸੀਂ ਇੱਥੋਂ ਦੀ ਚਾਲੇ ਪਾਵਾਂਗੇ, ਹੁਣ ਅਸੀਂ ਇੱਥੇ ਰਹਿਣਾ ਹੀ ਨਹੀਂ। ਸੰਗਤ ਜੀ ਜਦੋਂ ਗੁਰੂ ਦੇ ਪ੍ਰਤੀ ਸ਼ੰਕਾ ਪੈਦਾ ਹੋ ਜਾਂਦੀ ਹੈ, ਸੰਗਤ ਜੀ ਇਹ ਸਾਡੇ ਵਾਸਤੇ ਵੀ ਹੈ ਕਿ ਅਗਰ ਅਸੀਂ ਆਪਣੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਸ਼ੰਕਾ ਲਿਆਈਏ ਨਾ, ਤੇ ਸਾਡੇ ਮਨ ਦੇ ਵਿੱਚੋਂ ਗੁਰੂ ਚਲੇ ਜਾਂਦੇ ਨੇ। ਗੁਰੂ ਦੇ ਪ੍ਰਤੀ ਸ਼ੰਕਾ ਆ ਗਈ ਮਨ ਦੇ ਵਿੱਚ, ਤੇ ਪਾਤਸ਼ਾਹ ਉੱਥੇ ਰਹਿਣ ਨੂੰ ਤਿਆਰ ਨਹੀਂ ਸੀ। ਪਾਤਸ਼ਾਹ ਉੱਠ ਖੜੇ ਹੋਏ, ਕਹਿੰਦੇ ਜਿੱਥੇ ਸ਼ੰਕਾ ਆ ਜਾਂਦੀ ਹੈ ਉੱਥੇ ਅਸੀਂ ਰਹਿ ਨਹੀਂ ਸਕਦੇ, ਹੁਣ ਅਸੀਂ ਇੱਥੋਂ ਦੀ ਚਾਲੇ ਪਾਵਾਂਗੇ। ਜਿਸ ਤਰ੍ਹਾਂ ਹੀ ਸੰਗਤ ਜੀ ਉਹ ਉੱਠੇ, ਬੇਬੇ ਨਾਨਕੀ ਜੀ ਅੱਗੇ ਹੋਏ। ਜੈ ਰਾਮ ਜੀ ਵੱਡੇ ਸੀ, ਜੈ ਰਾਮ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਵੱਡੇ ਸੀ। ਫਟਾਫਟ ਉੱਠੇ ਔਰ ਪਾਤਸ਼ਾਹ ਦੇ ਉਹਨਾਂ ਨੇ ਚਰਨ ਪਕੜ ਲਏ। ਕਹਿੰਦੇ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ, ਜੋ ਆਪਣੇ ਮਨ 'ਚ, ਕਹਿੰਦੇ ਮੈਂ ਸ਼ੰਕਾ ਨਹੀਂ ਕਰਨਾ ਚਾਹੁੰਦਾ ਸੀ ਸਤਿਗੁਰੂ, ਇਹ ਤੇ ਲੋਕਾਂ ਨੇ ਮੈਨੂੰ ਗੱਲਾਂ ਕਰ ਕੇ ਸੁਣਾ ਕੇ ਮੇਰੇ ਮਨ ਦੇ ਵਿੱਚ ਸ਼ੰਕਾ ਪੈਦਾ ਕਰ ਦਿੱਤੀ। ਬੇਬੇ ਜੀ ਤੇ ਉੱਚੀ ਉੱਚੀ ਰੋਣ ਲੱਗ ਗਏ। ਬੇਬੇ ਜੀ ਉੱਚੀ ਉੱਚੀ ਰੋਣ ਲੱਗ ਗਏ, ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ 'ਚ ਗਿਰ ਕੇ ਢਹਿ ਪਏ। ਕਹਿੰਦੇ ਨੇ ਹੇ ਮੇਰੇ ਸਤਿਗੁਰੂ, ਮੇਰੇ ਪੀਰ, ਮੇਰੇ ਵੀਰ, ਮੈਨੂੰ ਬਖਸ਼ ਦਿਓ, ਸਾਡੇ ਤੋਂ ਬੜੀ ਵੱਡੀ ਭੁੱਲ ਹੋਈ ਹੈ। ਜੇ ਤੁਸੀਂ ਇੱਥੋਂ ਚਲੇ ਗਏ, ਤੁਸੀਂ ਇੱਥੇ ਜਾਣ ਤੋਂ ਪਹਿਲਾਂ ਜੇ ਤੁਸੀਂ ਜਾਣ ਦਾ ਸੋਚਿਆ ਹੈ ਤੇ ਪਹਿਲਾਂ ਮੈਨੂੰ ਮਾਰੋ, ਫਿਰ ਤੁਸੀਂ ਇੱਥੋਂ ਘਰ ਛੱਡ ਕੇ ਜਾਇਓ। ਜੇ ਤੁਸੀਂ ਇੱਥੇ ਘਰ 'ਚ ਨਾ ਰਹੇ ਤੇ ਮੈਂ ਜੀ ਕੇ ਕੀ ਕਰਾਂਗੀ। ਤੁਸੀਂ ਚਲੇ ਗਏ ਤੇ ਮੈਂ ਵੀ ਤੁਹਾਡੇ ਬਗੈਰ ਜੀ ਨਹੀਂ ਪਾਵਾਂਗੀ, ਮੈਂ ਤੁਹਾਡਾ ਵਿਛੋੜਾ ਸਹਿਣ ਨਹੀਂ ਕਰ ਪਾਵਾਂਗੀ। ਮੇਰੇ ਸਤਿਗੁਰੂ ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ। ਅਵਗੁਣ ਤੇ ਸਾਡੇ 'ਚ ਨੇ ਪਾਤਸ਼ਾਹ। ਬੇਬੇ ਜੀ ਰੋਈ ਜਾ ਰਹੇ ਨੇ, ਬੇਨਤੀਆਂ ਕਰੀ ਜਾ ਰਹੇ ਨੇ। ਜੈ ਰਾਮ ਜੀ ਨੇ ਵੀ ਚਰਨ ਪਕੜੇ ਹੋਏ ਨੇ, ਬੇਬੇ ਜੀ ਵੀ ਉਹਨਾਂ ਦੇ ਚਰਨਾਂ 'ਚ ਗਿਰੇ ਹੋਏ ਨੇ, ਢਹਿ ਪਏ ਨੇ, ਚਰਨ ਪਕੜੇ ਹੋਏ ਨੇ। ਪਾਤਸ਼ਾਹ ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ। ਸੰਗਤ ਜੀ ਜੈ ਰਾਮ ਜੀ ਵੀ ਇੱਕਦਮ ਨਿਮਰਤਾ 'ਚ ਆ ਗਏ, ਨਿਮਰਤਾ 'ਚ ਆ ਗਏ। ਉਹਨਾਂ ਨੇ ਸਮੇਂ ਸੰਭਾਲ ਲਿਆ, ਇਹੀ ਨਿਮਰਤਾ ਉਹਨਾਂ ਨੂੰ ਬਖਸ਼ਾਏਗੀ। ਸੰਗਤ ਜੀ ਕਹਿੰਦੇ ਨੇ, ਕਹਿੰਦੇ ਅਵਗੁਣ ਦੇ ਭਰੇ ਤੇ ਅਸੀਂ ਆ ਪਾਤਸ਼ਾਹ, ਤੁਸੀਂ ਤੇ ਪਰਮੇਸ਼ਵਰ ਦਾ ਰੂਪ ਹੋ। ਸਾਡੇ ਤੋਂ ਬੜੀ ਵੱਡੀ ਗਲਤੀ ਹੋਈ ਪਾਤਸ਼ਾਹ, ਸਾਨੂੰ ਬਖਸ਼ ਲਓ, ਸਾਨੂੰ ਬਖਸ਼ ਲਓ। ਅਸੀਂ ਕਲਯੁਗੀ ਜੀਵ ਆ ਪਾਤਸ਼ਾਹ, ਅਸੀਂ ਭੁੱਲਾਂ ਕਰਨ ਵਾਲੇ ਆ। ਅਸੀਂ ਗੱਲ ਤੇ ਭੁੱਲਾਂ, ਪੈਰ ਤੇ ਅਸੀਂ ਭੁੱਲਣਹਾਰ ਪਾਤਸ਼ਾਹ, ਤੁਸੀਂ ਬਖਸ਼ਣਹਾਰ ਹੋ। ਬਖਸ਼ ਲਓ ਪਾਤਸ਼ਾਹ, ਬਖਸ਼ ਲਓ। ਜਦੋਂ ਬਾਲਾ ਜੀ ਨੇ ਦੇਖਿਆ, ਭਾਈ ਬਾਲਾ ਜੀ ਨੇ ਕਿ ਬੇਬੇ ਜੀ ਵੀ ਬੜੀ ਉੱਚੀ ਉੱਚੀ ਰੋ ਰਹੇ ਨੇ, ਭਾਈਆ ਜੀ ਨੇ ਵੀ ਪੈਰ ਪਕੜੇ ਹੋਏ ਨੇ, ਤੇ
ਬੇਬੇ ਜੀ ਰੋਈ ਜਾ ਰਹੇ ਨੇ, ਕਹੀ ਜਾ ਰਹੇ ਨੇ, ਪਾਤਸ਼ਾਹ ਹੁਣ ਅਸੀਂ ਤੁਹਾਡੇ ਤੇ ਕਦੀ ਸ਼ੰਕਾ ਨਹੀਂ ਕਰਾਂਗੇ। ਹਾਲਾਂਕਿ ਬੇਬੇ ਜੀ ਦੀ ਸ਼ਰਧਾ ਪੱਕੀ ਸੀ, ਸ਼ੰਕਾ ਸਿਰਫ ਭਾਈਆ ਜੀ ਦੇ ਮਨ 'ਚ ਆਈ ਸੀ, ਪਰ ਬੇਬੇ ਜੀ ਫਿਰ ਵੀ ਆਪਣੇ ਆਪ ਨੂੰ ਦੋਸ਼ੀ ਮੰਨ ਰਹੇ ਸੀ। ਕਹਿੰਦੇ ਨੇ ਪਾਤਸ਼ਾਹ ਸਾਡੇ ਤੋਂ ਭੁੱਲ ਹੋ ਗਈ, ਹੁਣ ਜਿਵੇਂ ਤੁਹਾਡੀ ਮਰਜ਼ੀ ਹੈ, ਜਿੰਨਾ ਮਰਜ਼ੀ ਧਨ ਤੁਸੀਂ ਵੰਡਣਾ ਚਾਹੁੰਦੇ ਹੋ, ਦਾਨ ਦੇਣਾ ਚਾਹੁੰਦੇ ਹੋ, ਦਵੋ। ਪਹਿਲੀ ਗੱਲ ਤੇ ਕਦੀ ਘਾਟਾ ਪੈਣਾ ਹੀ ਨਹੀਂ, ਜੇ ਘਾਟਾ ਪਿਆ ਵੀ ਪਾਤਸ਼ਾਹ ਤੇ ਉਹ ਘਾਟਾ ਮੈਂ ਪੂਰਾ ਕਰਾਂਗੀ, ਤੁਸੀਂ ਸਾਨੂੰ ਛੱਡ ਕੇ ਨਾ ਜਾਓ, ਤੁਸੀਂ ਸਾਨੂੰ ਬਖਸ਼ ਦਿਓ। ਸੰਗਤ ਜੀ ਇੰਨੀਆਂ ਉਹਨਾਂ ਨੇ ਆਪਣੀਆਂ ਭੁੱਲਾਂ ਬਖਸ਼ਾਈਆਂ। ਫਿਰ ਬਾਲਾ ਜੀ ਵਿੱਚ ਆ ਗਏ। ਬਾਲਾ ਜੀ ਨੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ। ਕਹਿੰਦੇ ਸੱਚੇ ਪਾਤਸ਼ਾਹ, ਜੈ ਰਾਮ ਜੀ ਤੁਹਾਡੇ ਤੋਂ ਵੱਡੇ ਨੇ। ਸੱਚੇ ਪਾਤਸ਼ਾਹ, ਬੇਬੇ ਜੀ ਤੁਹਾਡੇ ਤੋਂ ਵੱਡੇ ਨੇ। ਦੇਖੋ ਨਾ, ਦੋਨੋਂ ਆਪ ਜੀ ਦੇ ਚਰਨ ਪਕੜ ਕੇ ਤੁਹਾਡੇ ਤੋਂ ਆਪਣੀ ਭੁੱਲ ਬਖਸ਼ਾ ਰਹੇ ਨੇ। ਪਾਤਸ਼ਾਹ ਤੁਸੀਂ ਇਹਨਾਂ ਨੂੰ ਬਖਸ਼ ਦਿਓ। ਸੰਗਤ ਜੀ ਪਾਤਸ਼ਾਹ ਤੇ ਸ਼ਾਂਤੀ ਚਾਹੁੰਦੇ ਸੀ, ਉਹ ਨਾਮ ਜਪਣਾ ਚਾਹੁੰਦੇ ਸੀ, ਨਾਮ ਜਪਾਣਾ ਚਾਹੁੰਦੇ ਸੀ, ਉਹਨਾਂ ਨੂੰ ਸ਼ੰਕਾ ਬਰਦਾਸ਼ਤ ਨਹੀਂ ਸੀ। ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਬਾਲਿਆ ਤੂੰ ਸਾਡੇ ਘਰ ਕੇ ਆਪਣਾ ਸਭ ਕੁਝ ਛੱਡਿਆ ਹੈ, ਸਭ ਕੁਝ ਛੱਡ ਕੇ ਤੂੰ ਸਾਡੇ ਨਾਲ ਆਇਆ ਹੈ। ਤੂੰ ਆਪਣਾ ਘਰ ਬਾਰ ਸਾਰਾ ਕੁਝ ਛੱਡ ਕੇ ਤੂੰ ਸਾਡੇ ਨਾਲ ਆਇਆ ਹੈ, ਇਸ ਲਈ ਅਸੀਂ ਤੇਰਾ ਕਿਹਾ ਮੋੜ ਨਹੀਂ ਸਕਦੇ। ਪਾਤਸ਼ਾਹ ਫਿਰ ਤੁਸੀਂ ਇੱਥੇ ਹੀ ਰਹੋ, ਤੁਸੀਂ ਜਾਣਾ ਨਹੀਂ ਹੈ। ਤੇ ਪਾਤਸ਼ਾਹ ਕਹਿੰਦੇ ਆ ਠੀਕ ਹੈ ਬਾਲਿਆ, ਅਸੀਂ ਤੇਰਾ ਕਿਹਾ ਨਹੀਂ ਮੋੜ ਸਕਦੇ। ਔਰ ਪਾਤਸ਼ਾਹ ਫਿਰ ਪਲੰਘੇ ਤੇ ਵਾਪਸ ਬੈਠ ਜਾਂਦੇ ਨੇ। ਜਦੋਂ ਪਾਤਸ਼ਾਹ ਵਾਪਸ ਬੈਠ ਜਾਂਦੇ ਨੇ ਤੇ ਬੇਬੇ ਜੀ ਔਰ ਭਾਈਆ ਜੀ ਨੂੰ ਥੋੜਾ ਜਿਹਾ ਸਿਦਕ ਆਂਦਾ ਹੈ। ਕਹਿੰਦੇ ਨੇ ਪਾਤਸ਼ਾਹ ਅਸੀਂ ਬੜੇ ਧੰਨਵਾਦੀ ਹਾਂ ਪਾਤਸ਼ਾਹ, ਤੁਸੀਂ ਸਾਨੂੰ ਬਖਸ਼ ਦਿੱਤਾ। ਔਰ ਬਾਲਾ ਜੀ ਨੂੰ ਕਹਿੰਦੇ ਨੇ ਬਾਲਾ ਜੀ ਸਾਡੀ ਹੁਣ ਤੁਹਾਡੇ ਤੇ ਵੀ ਸ਼ਰਧਾ ਵੱਜ ਗਈ ਹੈ, ਤੁਹਾਡੇ ਤੇ ਵੀ ਸਾਡੀ ਸ਼ਰਧਾ ਵੱਜ ਗਈ ਹੈ, ਤੁਸੀਂ ਸਾਨੂੰ ਬਖਸ਼ਵਾ ਦਿੱਤਾ ਬਾਲਾ ਜੀ। ਔਰ ਸੰਗਤ ਜੀ 135 ਰੁਪਏ ਜਿਹੜਾ ਵਾਅਦਾ ਹੋਇਆ ਸੀ ਉਹ ਤੇ ਦੌਲਤ ਖਾਨ ਨੇ ਦਿੱਤੇ ਹੀ ਪਾਤਸ਼ਾਹ ਨੂੰ, ਬਾਕੀ ਉਸ ਸਮੇਂ ਦੇ 1700 ਰੁਪਏ ਹੋਰ ਦੌਲਤ ਖਾਨ ਨੇ ਖੁਸ਼ ਹੋ ਕੇ ਪਾਤਸ਼ਾਹ ਜੀ ਨੂੰ ਦਿੱਤੇ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਿ ਜਿਸ ਤਰ੍ਹਾਂ ਤੁਸੀਂ ਖਰਚ ਕਰਨਾ ਹੈ ਤੁਸੀਂ ਕਰੋ। ਪਾਤਸ਼ਾਹ ਵਾਪਸ ਚਲੇ ਜਾਂਦੇ ਨੇ ਆਪਣੀ ਹੱਟੀ ਤੇ। ਜਦੋਂ ਹੱਟੀ ਤੇ ਵਾਪਸ ਚਲੇ ਜਾਂਦੇ ਨੇ, ਆਪਣੀ ਉਹੀ 13 ਦੀ ਕਾਰ 'ਚ ਲੱਗ ਜਾਂਦੇ ਨੇ ਪਾਤਸ਼ਾਹ। ਐਸੇ ਤਰ੍ਹਾਂ ਸਮੇਂ ਬੀਤ ਜਾਂਦਾ ਹੈ ਤੇ ਅੱਗੋਂ ਸੰਗਤ ਜੀ ਹੁਣ ਸਮੇਂ ਹੋ ਗਿਆ ਹੈ, ਅਸੀਂ ਇੱਥੇ ਹੀ ਸਮਾਪਤ ਮੈਂ ਕਰਨੀ ਚਾਹਾਂਗੀ। ਅੱਗੇ ਅਸੀਂ ਅਗਲੇ ਸ਼ਨੀਵਾਰ ਕਰਾਂਗੇ, ਸਾਖੀ ਕੰਟੀਨਿਊ ਕਰਾਂਗੇ, ਜਦੋਂ ਕਿ ਪਾਤਸ਼ਾਹ ਦਾ ਰਿਸ਼ਤਾ ਪੱਕਾ ਹੁੰਦਾ ਹੈ ਔਰ ਪਾਤਸ਼ਾਹ ਦੀ ਫਿਰ ਸਗਾਈ ਹੁੰਦੀ ਹੈ। ਤੇ ਸੰਗਤ ਜੀ ਇੱਥੇ ਕਿਉਂਕਿ ਸਮਾਂ ਹੋ ਗਿਆ ਹੈ, ਇੱਥੇ ਹੀ ਅਸੀਂ ਸਾਖੀ ਹੁਣ ਸਮਾਪਤ ਕਰਦੇ ਹਾਂ। ਬਹੁਤ ਭੁੱਲਾਂ ਚੁੱਕਾਂ ਖਿਮਾ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਜੀ, ਸੰਗਤ ਬਖਸ਼ਣਯੋਗ ਹੈ, ਭੁੱਲਾਂ ਤਰੁੱਟੀਆਂ ਮਾਫ ਕਰ ਦੇਣਾ ਸੰਗਤ ਜੀ, ਤੇ ਅਸੀਸ ਦੇਣਾ ਕਿ ਅੱਗੇ ਤੋਂ ਪਾਤਸ਼ਾਹ ਹੋਰ ਵੀ ਸੇਵਾ ਚੰਗੀ ਤਰ੍ਹਾਂ ਸੋਹਣੇ ਤਰੀਕੇ ਨਾਲ ਆਪਣੀ ਸੇਵਾ ਪਾਤਸ਼ਾਹ ਆਪ ਲੈ ਲੈਣ। ਤੇ ਆਓ ਸੰਗਤ ਜੀ ਮਿਲ ਕੇ ਹੁਣ ਅਸੀਂ ਸ਼ਬਦ ਪੜ੍ਹਦੇ ਹਾਂ। ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਇਸ ਸ਼ਬਦ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੰਗਤ ਗੁਰਸਿੱਖ ਨੇ, ਕਿਸੇ ਵੀ ਸਿੱਖ ਨੇ ਸੰਗਤ ਕਰਨੀ ਹੈ ਤੇ ਗੁਰਸਿੱਖ ਦੀ ਕਰਨੀ ਹੈ। ਕਿਸੇ ਮੂਰਖ ਬੰਦੇ ਦੀ ਜਾਂ ਜੋ ਵਾਹਿਗੁਰੂ ਤੋਂ ਵਿਛੜਿਆ ਹੋਇਆ ਹੈ ਉਸ ਦੀ ਸੰਗਤ ਨਹੀਂ ਕਰਨੀ, ਕਿਉਂਕਿ ਸੰਗਤ ਬਹੁਤ ਅਸਰ ਕਰਦੀ ਹੈ। ਸ਼ਰਧਾ ਜੈ ਰਾਮ ਜੀ ਦੇ ਮਨ 'ਚ ਵੀ ਇੰਨੀ ਸ਼ਰਧਾ ਸੀ, ਪਰ ਈਰਖਾਲੂ ਬੰਦੇ ਨੇ ਸ਼ੰਕਾ ਦਾ ਇੱਕ ਬੀਜ ਬੋਈ ਦਿੱਤਾ ਸੀ ਦੇ ਜੈ ਰਾਮ ਜੀ ਦੇ ਹਿਰਦੇ ਦੇ ਵਿੱਚ। ਅਸੀਂ ਵੀ ਪਾਤਸ਼ਾਹ ਦੇ ਅੱਗੇ ਇਹੀ ਅਰਦਾਸ ਕਰੀਏ ਕਿ ਹੇ ਸੱਚੇ ਪਾਤਸ਼ਾਹ, ਸਾਨੂੰ ਵੀ ਆਪਣੀ ਚਰਨਾਂ ਦੇ ਨਾਲ ਜੋੜੀ ਰੱਖਣਾ,
ਸਾਡੇ ਮਨ ਦੇ ਵਿੱਚ ਵੀ ਅਡੋਲਤਾ ਬਖਸ਼ਣਾ, ਦ੍ਰਿੜਤਾ ਬਖਸ਼ਣਾ। ਭੁੱਲ ਕੇ ਵੀ ਸਾਡੇ ਮਨ ਦੇ ਵਿੱਚ ਕਦੀ ਵੀ ਬਾਣੀ ਦੇ ਪ੍ਰਤੀ, ਗੁਰੂ ਦੇ ਪ੍ਰਤੀ, ਕਿਸੇ ਗੁਰਸਿੱਖ ਦੇ ਪ੍ਰਤੀ, ਕਿਸੇ ਭਗਤ ਦੇ ਪ੍ਰਤੀ ਕੋਈ ਵੀ ਸ਼ੰਕਾ ਪੈਦਾ ਨਾ ਹੋਏ। ਤੇ ਸੰਗਤ ਜੀ ਇਹੀ ਅਰਦਾਸ ਕਰੀਏ ਕਿ ਬਾਣੀ ਦੇ ਨਾਲ ਪਾਤਸ਼ਾਹ ਸਾਨੂੰ ਜੋੜ ਕੇ ਰੱਖਣ। ਵਾਹਿਗੁਰੂ ਜੀ। संत मिले किछ सुनिए कहिए, संत मिले किछ सुनिए कहिए, संत मिले किछ सुनिए कहिए, संत मिले किछ सुनिए कहिए। मिले असंत मस्त कर रही है, मिले असंत मस्त कर रही है, संत मिले किछ सुनिए कहिए, संत मिले किछ सुनिए कहिए। बाबा बोलना क्या कहिए, बाबा बोलना क्या कहिए, जैसे राम नाम रव रही है, जैसे राम नाम रव रही है, जैसे राम नाम रव रही है, जैसे राम नाम रव रही है। संत मिले किछ सुनिए कहिए, संत मिले किछ सुनिए कहिए। संतन स्यों बोले उपकारी, मूर्ख स्यों बोले चख मारी, संतन स्यों बोले उपकारी, मूर्ख स्यों बोले चख मारी, मूर्ख स्यों बोले चख मारी। संत मिले किछ सुनिए कहिए, संत मिले किछ सुनिए कहिए। बोलत बोलत बड़े बिकारा, बिन बोले क्या कर है बिचारा, बोलत बोलत बड़े बिकारा, बिन बोले क्या करे बिचारा, बिन बोले क्या करे बिचारा। संत मिले किछ सुनिए कहिए, संत मिले किछ सुनिए कहिए। कहो कबीर छुछा कट बोले, परे होए सो कबहु न डोले,
संत मिले किछ सुनिए कहिए संत मिले किछ सुनिए कहिए संत मिले असंत मस्त कर रहिए मिले असंत मस्त कर रहिए संत मिले किछ सुनिए कहिए संत मिले किछ सुनिए कहिए सलोक पवन गुरु पानी पिता माता तरत महत दिवस रात दोई दाई दाया खेले सगले जगत चंगियाइयां बुराइयां वाचे धर्म दूर करनी आपो अपनी के नेड़े के दूर जिन्नी नाम ते आया गए मुशक्कत काल नानक ते मुख उजले केती छुट्टी नाल वाहिगुरु जी का खालसा वाहिगुरु जी की फतेह। संगत जी बहुत गलतियां बेदबियां त्रुटियां भुल्लां चुकां हो जांदियां संगत जी बख्श लेना वाहिगुरु जी का खालसा वाहिगुरु जी की फतेह।